ਤੈਨੂੰ ਜੇ ਚੈਨ ਨਹੀਂ ਲੱਗਦਾ, ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਗਦਾ। ਯੇਸ਼ੂ ਕੋਲ ਆਵੇਂ ਤੇ ਚੰਗਾ ਏ, ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਗਦਾ। ਪਾਪਾਂ ਦੇ ਹਨੇਰਿਆਂ 'ਚ ਕਿੱਥੇ ਲੰਘਾ ਜਾਣਾ ਏ, ਉੱਚੇ ਨੀਵੇਂ ਥਾਵਾਂ ਵਿੱਚ ਖੇਡੇ ਪਿਆ ਖਾਨਾ ਏ। ਪਾਪਾਂ ਦੇ ਹਨੇਰਿਆਂ 'ਚ ਕਿੱਥੇ ਲੰਘਾ ਜਾਣਾ ਏ, ਉੱਚੇ ਨੀਵੇਂ ਥਾਵਾਂ ਵਿੱਚ ਖੇਡੇ ਪਿਆ ਖਾਨਾ ਏ। ਤੇਰਾ ਜਿਹੜਾ ਪਾਰ ਚੁੱਕੇ ਤੈਨੂੰ ਨਹੀਂ ਉਹ ਲੱਭਦਾ, ਤੇਰਾ ਜਿਹੜਾ ਪਾਰ ਚੁੱਕੇ ਤੈਨੂੰ ਨਹੀਂ ਉਹ ਲੱਭਦਾ। ਯੇਸ਼ੂ ਕੋਲ ਆਵੇਂ ਤੇ ਚੰਗਾ ਏ, ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਉਹ ਲੱਭਦਾ। प्रेज द लॉर्ड एवरीवन। मैं पास्टर कुलभूषण जौहर एशियन चर्च ऑफ क्राइस्ट वैंकूवर BC ਤੋਂ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ ਨਵੀਂ ਜ਼ਿੰਦਗੀ ਦੇ ਵੱਲ ਵਿੱਚ ਬਹੁਤ-ਬਹੁਤ ਸਵਾਗਤ ਕਰਦਾ। ਮੈਂ ਉਮੀਦ ਕਰਦਾ ਤੁਸੀਂ ਸਭ ਤੰਦਰੁਸਤ ਹੋਵੋਗੇ, ਚੰਗੇ ਹੋਵੋਗੇ ਤੇ ਪਰਮੇਸ਼ਵਰ ਦੇ ਕਲਾਮ ਵਿੱਚ ਵੱਧ ਰਹੇ ਹੋਵੋਗੇ। ਹਾਲੇਲੂਇਆ। ਆਓ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਮਿਲ ਕੇ ਅੱਜ ਇੱਕ ਵਾਰ ਫਿਰ ਤੋਂ ਸਿੱਖੀਏ ਤੇ ਆਪਣੀ ਜ਼ਿੰਦਗੀ ਨੂੰ ਨਵੀਂ ਜ਼ਿੰਦਗੀ ਦੇ ਵੱਲ ਲੈ ਕੇ ਜਾਈਏ। ਹਰ ਵਾਰ ਦੀ ਤਰ੍ਹਾਂ ਪਰਮੇਸ਼ਵਰ ਦੇ ਵਚਨ ਚੋਂ ਪੜ੍ਹਨ ਤੋਂ ਪਹਿਲਾਂ, ਉਹਦੇ ਕਲਾਮ ਚੋਂ ਸਿੱਖਣ ਤੋਂ ਪਹਿਲਾਂ ਆਓ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਆਪਣੇ ਸਿਰਾਂ ਨੂੰ ਸਰਵਸ਼ਕਤੀਮਾਨ ਦੇ ਅੱਗੇ ਝੁਕਾਈਏ, ਅਸੀਂ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਪਰਮੇਸ਼ਵਰ ਯੀਸ਼ੂ ਮਸੀਹ ਨਾਸਰੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਅੱਛੇ ਪਰਮੇਸ਼ਵਰ ਹੋ, ਦਇਆ ਕਰਨ ਵਾਲੇ ਹੋ। ਤੁਸੀਂ ਖੁਦਾਵੰਦ ਸਾਨੂੰ ਇਹ ਮੌਕਾ ਦਿੱਤਾ ਤੁਹਾਡੇ ਕਲਾਮ ਚੋਂ, ਤੁਹਾਡੇ ਵਚਨ ਚੋਂ ਸਿੱਖ ਸਕੀਏ। ਮਹਾਨ ਪਰਮੇਸ਼ਵਰ ਜੀ, ਜਦੋਂ ਅੱਜ ਅਸੀਂ ਤੁਹਾਡੇ ਵਚਨਾਂ ਚੋਂ ਸਿੱਖੀਏ, ਸਾਡੀ ਜ਼ਿੰਦਗੀ ਨਵੀਂ ਜ਼ਿੰਦਗੀ ਦੇ ਵੱਲ ਜਾਵੇ। ਹਰ ਉਲਝਾਉਣ ਵਾਲੀ ਆਤਮਾ, ਹਰ ਇੱਕ ਡਿਸਟਰਬ ਕਰਨ ਦੀ ਸਪਿਰਿਟ ਸਾਡੀ ਲਾਈਫ ਨੂੰ ਛੱਡੇ। ਖੁਦਾਵੰਦ ਤੁਹਾਡੇ ਕਲਾਮ ਦੇ ਉੱਤੇ ਅਸੀਂ ਕਨਸੈਂਟਰੇਟ ਕਰ ਸਕੀਏ, ਸਿੱਖ ਸਕੀਏ, ਮਨਨ ਕਰ ਸਕੀਏ। ਯੀਸ਼ੂ ਮਸੀਹ ਦੇ ਸਾਮਰਥੀ ਨਾਮ 'ਚ ਅਸੀਂ ਮੰਗਦੇ ਹਾਂ। ਆਮੀਨ, ਆਮੀਨ, ਹਾਲੇਲੂਇਆ। ਤੁਸੀਂ ਵੀ ਬੋਲ ਸਕਦੇ ਹੋ ਆਮੀਨ। ਆਮੀਨ ਦਾ ਮਤਲਬ ਜੋ ਕੁਝ ਅਸੀਂ ਮੰਗਿਆ ਪ੍ਰਭੂ ਯੀਸ਼ੂ ਮਸੀਹ ਉਹਨੂੰ ਐਜ਼ ਇਟ ਇਜ਼ ਰਿਲੀਜ਼ ਕਰੇ। ਤੇ ਵਿੱਚ ਜਦੋਂ ਮੈਂ ਹਾਲੇਲੂਇਆ ਵਰਡ ਦਾ ਇਸਤੇਮਾਲ ਕਰਦਾ ਤਾਂ ਸ਼ਾਇਦ ਕੋਈ ਮੇਰਾ ਭੈਣ ਭਰਾ ਇਹਦਾ ਮਤਲਬ ਨਾ ਜਾਣਦਾ ਹੋਵੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਹਾਲੇਲੂਇਆ ਦਾ ਮਤਲਬ ਹੈ ਆਸਮਾਨ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੀ ਸਤੁਤੀ ਹੋਵੇ। ਪ੍ਰੇਜ਼ ਗॉड। ਤਾਂ ਆਓ ਅਸੀਂ ਪਰਮੇਸ਼ਰ ਦੇ ਕਲਾਮ 'ਚ ਇੱਕ ਵਾਰ ਫਿਰ ਤੋਂ ਦੇਖੀਏ। ਅੱਜ ਦਾ ਜੋ ਵਿਸ਼ਾ ਮੈਂ ਤੁਹਾਡੇ ਨਾਲ ਵੰਡਣਾ ਚਾਹੁੰਦਾ ਵਾਂ, ਅੱਜ ਦਾ ਵਿਸ਼ਾ ਜੋ ਤੁਹਾਡੇ ਤੇ ਸਾਹਮਣੇ ਮੈਂ ਰੱਖਣਾ ਚਾਹੁੰਦਾ ਉਹ ਹੈ ਕਿ ਅਸੀਂ ਆਪਣੇ ਸੰਬੰਧ ਨੂੰ, ਅਸੀਂ ਆਪਣੇ ਜਦੋਂ ਰਿਸ਼ਤੇ ਨੂੰ ਪਰਮੇਸ਼ਵਰ ਦੇ ਨਾਲ ਸਹੀ ਤਰ੍ਹਾਂ ਨਾਲ ਬਣਾ ਕੇ ਚੱਲਦੇ ਹਾਂ ਤਾਂ ਪਰਮੇਸ਼ਵਰ ਕਿਸ ਤਰ੍ਹਾਂ ਸਾਡੇ ਨਾਲ ਹੋ ਕੇ ਚੱਲਦਾ, ਕਿੱਦਾਂ ਸਾਨੂੰ ਉਹ ਵਿਜ਼ਡਮ ਦਿੰਦਾ, ਕਿੱਦਾਂ ਸਾਨੂੰ ਵਿਕਟੋਰੀਅਸ ਬਣਾਉਂਦਾ, ਕਿੱਦਾਂ ਸਾਡੀ ਲਾਈਫ ਦੇ ਵਿੱਚ ਕੰਮ ਕਰਦਾ ਤੇ ਕਿਸ ਤਰ੍ਹਾਂ ਉਹਦੀ ਹਜ਼ੂਰੀ ਸਾਡੇ ਨਾਲ ਬਣੀ ਰਹਿੰਦੀ ਹੈ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਚਨ ਪੜ੍ਹਨ ਤੋਂ ਪਹਿਲਾਂ ਕਿ ਜੋ ਅੱਜ ਅਸੀਂ ਹਿੱਸਾ ਦੇਖਣ ਵਾਲੇ ਹਾਂ ਉਹ ਅਸੀਂ ਬਾਈਬਲ ਦੇ ਪੁਰਾਣੇ ਨਿਯਮ 'ਚੋਂ ਅਸੀਂ ਦੇਖਣ ਵਾਲੇ ਹਾਂ। ਬਾਈਬਲ ਇੱਕ ਗੱਲ ਦੱਸਦੀ ਹੈ ਕਿ ਇਜ਼ਰਾਈਲੀਆਂ ਦੇ ਉੱਤੇ ਪਰਮੇਸ਼ਵਰ ਨੇ ਨਿਆਈ ਠਹਿਰਾਏ ਹੁੰਦੇ ਸੀ, ਜਿਹੜੇ ਉਹਨਾਂ ਦਾ ਨਿਆਂ ਕਰਦੇ ਸੀ। ਪਰ ਬਾਈਬਲ ਦੱਸਦੀ ਹੈ ਇੱਕ ਟਾਈਮ ਆਇਆ ਜਦੋਂ ਇਜ਼ਰਾਈਲੀਆਂ ਨੇ ਪਰਮੇਸ਼ਵਰ ਨੂੰ ਕਿਹਾ ਸਾਨੂੰ ਨਿਆਈ ਨਹੀਂ, ਸਾਨੂੰ ਰਾਜਾ ਚਾਹੀਦਾ। ਬਾਈਬਲ ਕਹਿੰਦੀ ਪਰਮੇਸ਼ਵਰ ਨੂੰ ਜਦੋਂ ਉਹਨਾਂ ਨੇ ਇਹ ਗੱਲ ਕਹੀ, ਨਬੀ ਸ਼ੈਮੂਅਲ ਨੂੰ ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਹੁਣ ਨਿਆਈ ਨਹੀਂ, ਸਾਡੇ ਉੱਤੇ ਇੱਕ ਰਾਜਾ ਚਾਹੀਦਾ। ਜਿਵੇਂ ਬਾਕੀ ਕੌਮਾਂ ਨੂੰ ਰਾਜੇ ਠਹਿਰਾਏ ਗਏ ਨੇ, ਸਾਡੇ ਉੱਤੇ ਵੀ ਇੱਕ ਰਾਜ ਕਰਨ ਵਾਲਾ ਰਾਜਾ ਚਾਹੀਦਾ। ਬਾਈਬਲ ਕਹਿੰਦੀ ਇਹ ਗੱਲ ਸੁਣ ਕੇ ਸ਼ੈਮੂਅਲ ਨੂੰ ਮਾੜਾ ਲੱਗਿਆ, ਉਹਨੂੰ ਦੁੱਖ ਲੱਗਿਆ ਤੇ ਉਹ ਪਰਮੇਸ਼ਰ ਕੋ ਗਿਆ। ਪਰਮੇਸ਼ਰ ਕਹਿੰਦਾ ਇਹ ਤੈਨੂੰ ਹੀ ਨਹੀਂ, ਇਹ ਮੈਨੂੰ ਵੀ ਇਸ ਗੱਲ ਦਾ ਬਹੁਤ ਦੁੱਖ ਲੱਗਿਆ। ਇਹਨਾਂ ਨੇ ਤੈਨੂੰ ਨਹੀਂ, ਇਹਨਾਂ ਨੇ ਮੈਨੂੰ ਇੱਕ ਤਰ੍ਹਾਂ ਨਾਲ ਤਜ ਦਿੱਤਾ, ਮੈਨੂੰ ਛੱਡ ਦਿੱਤਾ, ਪਰ ਮੈਂ ਇਹਨਾਂ ਨੂੰ ਰਾਜਾ ਦਿਆਂਗਾ। ਬਾਈਬਲ ਦੱਸਦੀ ਹੈ ਕਿ ਪਰਮੇਸ਼ਵਰ ਨੇ ਸ਼ਾਊਲ ਨਾਮ ਦੇ ਇੱਕ ਵਿਅਕਤੀ ਨੂੰ ਉਹਨਾਂ ਉੱਤੇ ਰਾਜਾ ਹੋਣ ਲਈ ਚੁਣਿਆ। ਪਰਮੇਸ਼ਵਰ ਨੇ ਸ਼ਾਊਲ ਦੀ ਸਾਦਗੀ ਦੇਖ ਕੇ ਉਹਨੂੰ ਚੁਣਿਆ,
ਇਸ ਕਰਕੇ ਨਹੀਂ ਕਿ ਉਹ ਬਹੁਤ ਤਗੜਾ ਸੀ, ਬਹੁਤ ਪੈਸੇ ਵਾਲਾ ਸੀ, ਪਰ ਪਰਮੇਸ਼ਵਰ ਨੇ ਇਸ ਕਰਕੇ ਉਹ ਬਿਲਕੁਲ ਸਾਦਾ ਮਨੁੱਖ ਸੀ, ਪਰਮੇਸ਼ਵਰ ਦੇ ਨਾਲ ਉਹਦੀ ਗੱਲ ਸੁਣਦਾ ਸੀ, ਆਗਿਆਕਾਰਿਤਾ ਸੀ, ਆਪਣੇ ਬਾਪ ਦੇ ਨਾਲ ਆਗਿਆਕਾਰਿਤਾ ਦੇ ਵਿੱਚ ਸੀ। ਪਰਮੇਸ਼ਵਰ ਨੇ ਉਹਨੂੰ ਰਾਜਾ ਬਣਾਇਆ। ਬਾਈਬਲ ਕਹਿੰਦੀ ਜਦੋਂ ਉਹਨੂੰ ਰਾਜਾ ਬਣਾਇਆ, ਰਾਜਾ ਬਣਾਉਣ ਤੋਂ ਬਾਅਦ ਪਰਮੇਸ਼ਵਰ ਜੋ ਚਾਹੁੰਦਾ ਸੀ ਕਿ ਸ਼ਾਊਲ ਕਰੇ, ਉਹ ਰਾਜਾ ਬਣਨ ਤੋਂ ਬਾਅਦ ਉਸ ਰਿਲੇਸ਼ਨ ਤੋਂ ਟੁੱਟ ਗਿਆ। ਉਹਨੇ ਆਪਣੇ ਮਾਈਂਡ ਨੂੰ ਇਸ ਤਰ੍ਹਾਂ ਸੈਟਅਪ ਕਰ ਲਿਆ ਕਿ ਹੁਣ ਮੈਂ ਪਰਮੇਸ਼ਵਰ ਦੀ ਗੱਲ ਨਹੀਂ ਵੀ ਮੰਨਾਂਗਾ ਤਾਂ ਦੈਟ ਇਜ਼ ਓਕੇ, ਕੋਈ ਫਰਕ ਨਹੀਂ ਪੈਂਦਾ। ਬਾਈਬਲ ਕਹਿੰਦੀ ਕਿ ਉਹਨੇ ਪਰਮੇਸ਼ਵਰ ਦੀਆਂ ਗੱਲਾਂ ਨੂੰ ਨਹੀਂ ਮੰਨਿਆ ਤੇ ਪਰਮੇਸ਼ਵਰ ਨੇ ਉਹਦੇ ਨਾਲ ਆਪਣੇ ਰਿਸ਼ਤੇ ਨੂੰ ਖਤਮ ਕਰ ਦਿੱਤਾ। ਹਾਲੇਲੂਇਆ। ਬਾਈਬਲ ਦੱਸਦੀ ਹੈ ਫਿਰ ਉਹਦੀ ਥਾਂ ਦੇ ਉੱਤੇ ਪਰਮੇਸ਼ਵਰ ਨੇ ਇੱਕ ਉਸ ਤੋਂ ਵੀ ਦੀਨ ਬੰਦੇ ਨੂੰ, ਜਿਹੜਾ ਕਿ ਕੁਝ ਵੀ ਨਹੀਂ ਸੀ, ਇੱਕ ਬੱਚਾ ਦਾਊਦ ਨੂੰ ਪਰਮੇਸ਼ਵਰ ਨੇ ਚੁਣ ਲਿਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਸਾਡਾ ਰਿਲੇਸ਼ਨ ਪਰਮੇਸ਼ਵਰ ਦੇ ਨਾਲ ਹੈ ਤਾਂ ਅਸੀਂ ਕੁਝ ਵੀ ਨਾ ਹੋਈਏ ਤਾਂ ਪਰਮੇਸ਼ਵਰ ਸਾਨੂੰ ਸਿਖਰ ਤੇ, ਅਸਮਾਨ ਤੇ ਲਿਜਾਣ ਦੀ ਤਾਕਤ ਰੱਖਦਾ। ਪਰ ਜਦੋਂ ਸਾਡਾ ਰਿਲੇਸ਼ਨ ਪਰਮੇਸ਼ਵਰ ਨਾਲ ਟੁੱਟ ਜਾਂਦਾ ਤਾਂ ਫਿਰ ਅਸੀਂ ਜਿਹੜੇ ਮਰਜ਼ੀ ਵੱਡੇ ਅਸਮਾਨ ਤੇ ਹੋਈਏ, ਉਹ ਜ਼ਮੀਨ ਤੇ ਲੈ ਕੇ ਆਉਣ ਨੂੰ 1 ਮਿੰਟ ਵੀ ਨਹੀਂ ਲਗਾਉਂਦਾ। ਬਾਈਬਲ ਦੱਸਦੀ ਹੈ ਕਿ ਦਾਊਦ ਜਿਹੜਾ ਸੀ ਉਹ ਪਰਮੇਸ਼ਵਰ ਦੇ ਭੈ ਦੇ ਵਿੱਚ ਚੱਲਦਾ ਸੀ, ਆਗਿਆਕਾਰਿਤਾ 'ਚ ਚੱਲਦਾ ਸੀ, ਤੇ ਜਿਹੜੇ ਉਹਦੇ ਭਰਾ ਸੀ ਉਹਨਾਂ ਤੋਂ ਉਹ ਦੂਰ ਸੀ। ਇੱਕ ਹਿੱਸੇ ਨੂੰ ਮੈਂ ਤੁਹਾਡੇ ਲਈ ਪੜਾਂਗਾ ਜੋ ਸਾਨੂੰ ਮਿਲਦਾ ਪਹਿਲਾ ਸ਼ੈਮੂਅਲ ਉਹਦਾ 16 ਅਧਿਆਇ ਉਹਦੀ ਪਹਿਲੀ ਆਇਤ ਤੋਂ ਮੈਂ ਤੁਹਾਡੇ ਲਈ ਪੜਾਂਗਾ। ਇੱਥੇ ਲਿਖਿਆ, ਯਹੋਵਾ ਨੇ ਸ਼ੈਮੂਅਲ ਨੂੰ ਆਖਿਆ, ਕਦ ਤੋੜੀ ਤੂੰ ਸ਼ਾਊਲ ਉੱਤੇ ਸੋਗ ਕਰਦਾ ਰਹੇਗਾ, ਭਾਵੇਂ ਮੈਂ ਉਹਨੂੰ ਇਜ਼ਰਾਈਲ ਦੇ ਰਾਜ ਉੱਤੇ ਰੌਂਦਿਆ, ਤੂੰ ਆਪਣੇ ਸਿੰਘ ਵਿੱਚ ਤੇਲ ਭਰ ਕੇ ਜਾ ਤੇ ਤੈਨੂੰ ਬੈਤਲਮ ਯੇਸ਼ੀ ਦੇ ਕੋਲ ਘੱਲਦਾ ਹਾਂ, ਕਿਉਂ ਜੋ ਉਹਦੇ ਪੁੱਤਰਾਂ ਵਿੱਚੋਂ ਇੱਕ ਨੂੰ ਮੈਂ ਆਪਣੇ ਲਈ ਪਾਤਸ਼ਾਹ ਠਹਿਰਾਇਆ ਹੈ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਤੱਕ ਸ਼ਾਊਲ ਪਰਮੇਸ਼ਵਰ ਦੇ ਨਾਲ ਚੰਗੇ ਰਿਸ਼ਤੇ ਵਿੱਚ ਸੀ, ਉਹ ਰਾਜਾ ਬਣਾਇਆ ਗਿਆ, ਉਹ ਆਨਰ ਕੀਤਾ ਗਿਆ। ਪਰ ਜਦੋਂ ਉਹਦਾ ਰਿਸ਼ਤਾ ਪਰਮੇਸ਼ਵਰ ਨਾਲ ਖਤਮ ਹੋਇਆ, ਪਰਮੇਸ਼ਵਰ ਨੇ ਉਹਨੂੰ ਛੱਡ ਦਿੱਤਾ। ਬਾਈਬਲ ਕਹਿੰਦੀ ਪਰਮੇਸ਼ਵਰ ਦਾ ਆਤਮਾ ਉਹਦੇ ਤੋਂ ਉੱਠ ਗਿਆ ਤੇ ਇੱਕ ਡਰਾਉਣ ਵਾਲਾ, ਇੱਕ ਦੁਸ਼ਟ ਆਤਮਾ ਉਹਦੇ ਤੇ ਆ ਕੇ ਠਹਿਰ ਗਿਆ। ਪਰ ਇਹਦੇ ਨਾਲ ਪਰਮੇਸ਼ਵਰ ਨੇ ਉਸ ਚੀਜ਼ ਨੂੰ ਉੱਥੇ ਖਤਮ ਕਰਨ ਤੋਂ ਬਾਅਦ ਇੱਕ ਹੋਰ ਰਾਜੇ ਦੇ ਲਈ ਕਿਸੇ ਨੂੰ ਅਭਿਸ਼ੇਕ ਕਰਨ ਲਈ ਚੁਣਿਆ। ਬਾਈਬਲ ਦੱਸਦੀ ਹੈ ਕਿ ਉਹਨੇ ਸ਼ੈਮੂਅਲ ਨੂੰ ਕਿਹਾ ਕਿ ਤੂੰ ਸ਼ਾਊਲ ਲਈ ਰੋਣਾ ਬੰਦ ਕਰ, ਕਿਉਂਕਿ ਉਹਦਾ ਰਿਲੇਸ਼ਨ ਹੁਣ ਮੇਰੇ ਨਾਲ ਨਹੀਂ ਹੈ, ਇਸ ਕਰਕੇ ਮੈਂ ਉਹਨੂੰ ਅੱਗੋਂ ਰਾਜਾ ਹੋਣ ਲਈ ਅਯੋਗ ਠਹਿਰਾਇਆ। ਪਰ ਤੂੰ ਆਪਣੇ ਸਿੰਘ ਦੇ ਵਿੱਚ ਤੂੰ ਤੇਲ ਪਾ ਕੇ ਲੈ ਕੇ ਜਾ ਯੀਸ਼ੇ ਦੇ ਕੋਲੇ। ਬਾਈਬਲ ਕਹਿੰਦੀ ਕਿ ਉਹਨੂੰ ਬੈਤਲਮ ਵਾਸੀ ਯੀਸ਼ੇ ਕੋਲੇ ਭੇਜਿਆ। ਉੱਥੇ ਭੇਜ ਕੇ ਪਰਮੇਸ਼ਵਰ ਚਾਹੁੰਦਾ ਸੀ ਕਿ ਉਹਦੇ ਪੁੱਤਰਾਂ ਦੇ ਵਿੱਚੋਂ ਇੱਕ ਦਾ ਅਭਿਸ਼ੇਕ ਕੀਤਾ ਜਾਵੇ, ਜਿਹਨੂੰ ਰਾਜਾ ਬਣਾਇਆ ਜਾਏਗਾ। ਬਾਈਬਲ ਦੱਸਦੀ ਹੈ ਕਿ ਜਦੋਂ ਸ਼ੈਮੂਅਲ ਉੱਥੇ ਗਿਆ ਤਾਂ ਉਹਨੇ ਦੇਖਿਆ ਕਿ ਜਿਹੜੇ ਉਹਦੇ ਮੁੰਡੇ ਨੇ ਉਹਦੇ ਵਿੱਚੋਂ eliab ਨੂੰ ਦੇਖਿਆ, ਉਹ ਦੇਖਣ ਨੂੰ ਬਹੁਤ ਉੱਚਾ ਲੰਮਾ ਸੀ, ਬਹੁਤ ਤਗੜਾ ਸੀ। ਸ਼ੈਮੂਅਲ ਨੂੰ ਲੱਗਿਆ ਕਿ ਸ਼ਾਇਦ ਇਹੀ ਹੋਏਗਾ, ਪਰ ਪਰਮੇਸ਼ਵਰ ਦੇ ਆਤਮਾ ਨੇ ਉਹਨੂੰ ਕਿਹਾ ਨਹੀਂ, ਇਹ ਨਹੀਂ ਹੈ ਜਿਹਦਾ ਮੈਂ ਅਭਿਸ਼ੇਕ ਕਰਨ ਵਾਸਤੇ ਤੈਨੂੰ ਕਿਹਾ। ਫਿਰ ਉਸ ਤੋਂ ਬਾਅਦ ਉਹ ਅਬੀਨਦਾਬ ਦੇ ਵੱਲ ਗਿਆ। ਬਾਈਬਲ ਕਹਿੰਦੀ ਕਿ ਅਬੀਨਦਾਬ ਵੀ ਪਰਮੇਸ਼ਵਰ ਨੇ ਰਿਜੈਕਟ ਕਰ ਦਿੱਤਾ। ਫਿਰ ਉਹ ਤੀਸਰੇ ਕੋਲੇ, ਫਿਰ ਚੌਥੇ ਕੋਲੇ, ਇਸ ਤਰ੍ਹਾਂ ਉਹ ਸਾਰੇ ਮੁੰਡਿਆਂ ਨੂੰ ਉਹਨੇ ਦੇਖਿਆ, ਪਰ ਪਰਮੇਸ਼ਵਰ ਦੇ ਆਤਮਾ ਨੇ ਕਿਹਾ ਕਿ ਮੈਂ ਇਹਨਾਂ ਨੂੰ ਨਹੀਂ ਚੁਣਿਆ, ਮੈਂ ਇਹਨਾਂ ਨੂੰ ਰਿਜੈਕਟ ਕਰ ਦਿੱਤਾ। ਉਹਨੇ ਯੀਸ਼ੇ ਨੂੰ ਪੁੱਛਿਆ ਕਿ ਕੀ ਤੇਰਾ ਕੋਈ ਹੋਰ ਮੁੰਡਾ ਵੀ ਹੈ? ਉਹਨੇ ਕਿਹਾ ਹਾਂ ਹੈ, ਪਰ ਉਹ ਇੱਕ ਚਰਵਾਹਾ ਹੈ, ਉਹ ਇੱਕ ਅਯਾਲੀ ਆ, ਉਹ ਭੇਡਾਂ ਬੱਕਰੀਆਂ ਨੂੰ ਚਰਾਉਂਦਾ ਹੈ। ਪਰਮੇਸ਼ਵਰ ਨੇ ਸ਼ੈਮੂਅਲ ਨੂੰ ਕਿਹਾ ਇਹਨੂੰ ਕਹਿ ਉਹਨੂੰ ਬੁਲਾ। ਜਿਵੇਂ ਹੀ ਉਹਨੂੰ ਬੁਲਾਇਆ ਤਾਂ ਬਾਈਬਲ ਕਹਿੰਦੀ ਕਿ ਉਹ ਛੋਟਾ ਬੱਚਾ ਸੀ, ਉਹਦੇ ਮੂੰਹ ਤੋਂ ਲਾਲੀ ਝਲਕਦੀ ਸੀ, ਉਹ ਬਹੁਤ ਛੋਟੀ ਏਜ ਦਾ ਸੀ, ਪਰ ਪਰਮੇਸ਼ਵਰ ਦੇ ਨਾਲ ਉਹਦਾ ਰਿਲੇਸ਼ਨ ਬਣਿਆ ਹੋਇਆ ਸੀ। ਬਾਈਬਲ ਦੱਸਦੀ ਆ ਉਹ ਬਾਕੀ ਭਰਾਵਾਂ ਤੋਂ ਅਲੱਗ ਸੀ, ਆਪਣੇ ਘਰ ਤੋਂ ਦੂਰ ਸੀ, ਅਯਾਲੀ ਸੀ, ਭੇਡਾਂ ਨੂੰ ਚਰਾਉਂਦਾ ਸੀ। ਪਰ ਮੈਂ ਇਹ ਬਿਲੀਵ ਕਰਦਾ ਕਿ ਭੇਡਾਂ ਨੂੰ ਚਰਾਉਂਦੇ ਹੋਏ ਜਦੋਂ ਉਹ ਅੱਗੇ ਜਾ ਕੇ ਉਹ ਦੱਸਦਾ ਵੀ ਹੈ ਕਿ ਮੈਂ ਭੇਡਾਂ ਨੂੰ ਸ਼ੇਰ ਤੋਂ, ਭਾਲੂ ਤੋਂ ਮੈਂ ਬਚਾਇਆ। ਬਾਈਬਲ ਕਹਿੰਦੀ ਹੈ ਕਿ ਜਦੋਂ ਉਹ ਇਹ ਕੰਮ ਕਰਦਾ ਸੀ, ਉਹ ਨਾਲ ਆਰਾਧਨਾ ਸਤੁਤੀ ਕਰਦਾ ਹੋਏਗਾ, ਪਰਮੇਸ਼ਵਰ ਦੇ ਗੀਤ ਗਾਉਂਦਾ ਹੋਏਗਾ, ਪਰਮੇਸ਼ਵਰ ਨਾਲ ਗੱਲ ਕਰਦਾ ਹੋਏਗਾ, ਬਿਲਕੁਲ ਇਨੋਸੈਂਟ ਬੱਚੇ ਦੀ ਤਰ੍ਹਾਂ। ਜਦੋਂ ਉਹਦਾ ਰਿਲੇਸ਼ਨ ਪਰਮੇਸ਼ਵਰ ਨਾਲ ਬਣ ਗਿਆ, ਕੋਈ ਮੈਟਰ ਨਹੀਂ ਕਰਦਾ ਸੀ ਕਿ ਉਹਦੀ ਏਜ ਕਿੰਨੀ ਹੈ, ਉਹਦਾ ਸਰੀਰ ਕਿੰਨਾ ਤਕੜਾ, ਉਹ ਕਿੰਨਾ ਜ਼ਿਆਦਾ ਵੱਡਾ, ਕਿੰਨਾ ਲੰਬਾ, ਕਿੰਨਾ ਚੌੜਾ, ਕੋਈ ਮੈਟਰ ਨਹੀਂ ਕਰਦਾ। ਪਰਮੇਸ਼ਵਰ ਨੇ ਕਿਹਾ ਉੱਠ,
ਇਹਦੇ ਸਿਰ ਦੇ ਉੱਤੇ ਮਸਾ ਕਰ, ਤੇਲ ਲਗਾ, ਕਿਉਂਕਿ ਮੈਂ ਇਹਨੂੰ ਹੀ ਚੁਣਿਆ। ਪਰਮੇਸ਼ਵਰ ਦੇ ਉਸ ਚੁਣਾਵ ਨੂੰ ਕੋਈ ਰਿਜੈਕਟ ਨਹੀਂ ਕਰ ਸਕਦਾ ਸੀ। ਪਰਮੇਸ਼ਰ ਨੇ ਕਿਹਾ ਮੈਂ ਬਾਕੀ ਸਾਰਿਆਂ ਨੂੰ ਅਯੋਗ ਜਾਣਿਆ ਪਰ ਇਹਨੂੰ ਚੁਣਿਆ। ਜਦੋਂ ਪਰਮੇਸ਼ਰ ਇਹ ਗੱਲ ਕਹਿੰਦਾ ਹੈ ਕਿ ਬਾਕੀਆਂ ਨੂੰ ਅਯੋਗ ਜਾਣਿਆ, ਰਿਜੈਕਟ ਕੀਤਾ, ਇਹਦਾ ਮਤਲਬ ਪਰਮੇਸ਼ਰ ਨੇ ਪਹਿਲਾਂ ਉਹਨਾਂ ਨੂੰ ਜਾਂਚਿਆ। ਪਰਮੇਸ਼ਰ ਨੇ ਦੇਖਿਆ ਕਿ ਚਾਹੇ ਉਹ ਮੂੰਹ ਤੋਂ ਤਾਂ ਇਹ ਗੱਲ ਕਹਿੰਦੇ ਨੇ ਕਿ ਸਾਡਾ ਪਰਮੇਸ਼ਰ ਯਹੋਵਾ, ਪਰ ਉਹਦਾ ਭੈ ਉਹ ਨਹੀਂ ਮੰਨਦੇ ਸੀ। ਉਹ ਕੰਮ ਕਰਦੇ ਸੀ ਜੋ ਪਰਮੇਸ਼ਰ ਦੇ ਖਿਲਾਫ ਸੀ। ਪਰਮੇਸ਼ਵਰ ਦੇ ਭੈ ਨੂੰ ਰੱਖਣਾ ਤੇ ਉਹਦੇ ਉੱਤੇ ਚੱਲਣਾ ਇੱਕ ਫਰਕ ਗੱਲਾਂ ਨੇ। ਜਦੋਂ ਤੁਹਾਡਾ ਰਿਲੇਸ਼ਨ ਪਰਮੇਸ਼ਵਰ ਨਾਲ ਹੁੰਦਾ ਤਾਂ ਪਵਿੱਤਰ ਆਤਮਾ ਤੁਹਾਨੂੰ ਦੱਸਦਾ ਕਿ ਇਹ ਰਸਤਾ ਗਲਤ ਹੈ, ਨਸ਼ਾ ਕਰਨਾ ਗਲਤ ਹੈ, ਚੋਰੀ ਕਰਨਾ ਗਲਤ ਹੈ, ਵਿਭਾਚਾਰ ਕਰਨਾ ਗਲਤ ਹੈ। ਤੁਹਾਨੂੰ ਪਵਿੱਤਰ ਆਤਮਾ ਦੱਸੇਗਾ ਚੁਗਲੀ ਕਰਨਾ ਗਲਤ ਗੱਲ ਹੈ, ਕਿਸੇ ਨੂੰ ਚੀਟ ਕਰਨਾ ਗਲਤ ਗੱਲ ਹੈ। ਜੇ ਤੁਸੀਂ ਇਹ ਸੋਚੋ ਕਿ ਇਸ ਟਾਈਮ ਤਾਂ ਇੱਥੇ ਕੋਈ ਹੈ ਨਹੀਂ, ਕੋਈ ਵਿਸ਼ਵਾਸੀ ਨਹੀਂ, ਕੋਈ ਮੈਨੂੰ ਜਾਣਦਾ ਨਹੀਂ, ਕੋਈ ਫਰਕ ਨਹੀਂ ਪੈਂਦਾ, ਜਦੋਂ ਮੈਂ ਚਰਚ ਜਾਵਾਂਗਾ ਤਾਂ ਮੈਂ ਬਿਲਕੁਲ ਸਹੀ ਹੋ ਕੇ ਆਪਣੇ ਆਪ ਨੂੰ ਉੱਦਾਂ ਦਾ ਗੈਟਅਪ ਕਰਕੇ ਜਾਵਾਂਗਾ, ਕਿਸੇ ਨੂੰ ਪਤਾ ਵੀ ਨਹੀਂ ਚੱਲੇਗਾ। ਸ਼ਾਇਦ ਅਸੀਂ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹਾਂ, ਪਰ ਜਦੋਂ ਅਸੀਂ ਇੱਦਾਂ ਕਰਦੇ ਹਾਂ ਰਿਲੇਸ਼ਨ ਪਰਮੇਸ਼ਰ ਨਾਲ ਟੁੱਟ ਜਾਂਦਾ। ਜਦੋਂ ਪਰਮੇਸ਼ਰ ਨਾਲ ਰਿਲੇਸ਼ਨ ਟੁੱਟਦਾ ਤਾਂ ਬਾਈਬਲ ਕਹਿੰਦੀ ਹੈ ਕਿ ਪਰਮੇਸ਼ਰ ਨੇ ਸ਼ੈਮੂਏਲ ਨੂੰ ਕਿਹਾ ਕਿ ਮੈਂ ਉਹਦੇ ਮੁੰਡਿਆਂ ਦੇ ਵਿੱਚੋਂ ਜਿਹੜਾ ਪਹਿਲਾ, ਦੂਸਰਾ, ਤੀਸਰਾ ਜਿੰਨੇ ਉਹਦੇ ਮੁੰਡੇ ਸੀ ਉਹਨਾਂ ਸਭ ਨੂੰ ਰਿਜੈਕਟ ਕੀਤਾ। ਉਸ ਟਾਈਮ ਪੇਪਰ ਨਹੀਂ ਲਿਆ ਗਿਆ ਕੋਈ, ਉਸ ਟਾਈਮ ਪਰਮੇਸ਼ਰ ਨੇ ਕੋਈ ਐਗਜ਼ਾਮ ਨਹੀਂ ਲਿਆ, ਪਰ ਉਹਨਾਂ ਦੀ ਲਾਈਫ ਤੇ ਲਾਈਫ ਸਟਾਈਲ ਨੂੰ ਦੇਖ ਕੇ ਉਹਨੂੰ ਰਿਜੈਕਟ ਕਰ ਦਿੱਤਾ ਗਿਆ। ਪਰ ਦਾਊਦ ਜੋ ਕਿ ਸਿਲੈਕਟ ਕੀਤਾ ਗਿਆ, ਜਿਸ ਨੂੰ ਪਰਮੇਸ਼ਰ ਨੇ ਰਾਜਾ ਹੋਣ ਲਈ ਅਭਿਸ਼ੇਕ ਕਰਾਇਆ, ਉਹਦਾ ਕਾਰਨ ਇਹ ਸੀ ਕਿ ਉਹ ਪਰਮੇਸ਼ਰ ਨਾਲ ਰਿਲੇਸ਼ਨ ਵਿੱਚ ਸੀ, ਪਰਮੇਸ਼ਰ ਦੇ ਭੈ 'ਚ ਚੱਲਦਾ ਸੀ, ਆਪਣੀਆਂ ਭੇਡਾਂ ਬੱਕਰੀਆਂ ਨੂੰ ਚਰਾਉਂਦਾ ਸੀ, ਪਰ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਸੀ। ਜਦੋਂ ਭੇਡਾਂ ਨੂੰ ਬਚਾਉਂਦਾ ਸੀਗਾ ਕਿਸੇ ਵੀ ਭਾਲੂ ਤੋਂ, ਕਿਸੇ ਵੀ ਸ਼ੇਰ ਤੋਂ, ਪਰਮੇਸ਼ਰ ਦਾ ਧੰਨਵਾਦ ਕਰਦਾ ਸੀ, ਪਰਮੇਸ਼ਰ ਦੇ ਨਾਲ ਰਿਲੇਸ਼ਨ ਦੇ ਵਿੱਚ ਸੀ। ਜਦੋਂ ਸਾਡਾ ਰਿਲੇਸ਼ਨ ਪਰਮੇਸ਼ਰ ਦੇ ਨਾਲ ਹੁੰਦਾ ਚੀਜ਼ਾਂ ਫਰਕ ਹੋ ਜਾਂਦੀਆਂ, ਚੀਜ਼ਾਂ ਚੇਂਜ ਹੋ ਜਾਂਦੀਆਂ। ਤੇ ਜਦੋਂ ਅਸੀਂ ਪਰਮੇਸ਼ਰ ਦੇ ਭੈ ਨੂੰ ਅਸੀਂ ਨਜ਼ਰਅੰਦਾਜ਼ ਕਰਦੇ ਹਾਂ, ਸਾਨੂੰ ਲੱਗਦਾ ਸਾਨੂੰ ਕੋਈ ਨਹੀਂ ਦੇਖਦਾ, ਅਸੀਂ ਜੋ ਮਰਜ਼ੀ ਕਰੀਏ, ਨਾ ਇੱਥੇ ਕੋਈ ਮੈਨੂੰ ਜਾਣਦਾ ਕਿ ਮੈਂ ਕ੍ਰਿਸਚਨ ਹਾਂ ਜਾਂ ਮੈਂ ਚਰਚ ਜਾਣ ਵਾਲਾ ਵਾਂ, ਤੇ ਨਾ ਹੀ ਕਿਸੇ ਨੂੰ ਪਤਾ। ਜਦੋਂ ਵੀ ਮੈਂ ਆਪਣੇ ਲੋਕਾਂ 'ਚ ਜਾਵਾਂਗਾ, ਜਦੋਂ ਵੀ ਮੈਂ ਚਰਚ ਜਾਣਾ ਹੋਏਗਾ, ਜਦੋਂ ਵੀ ਮੈਂ ਪਰਮੇਸ਼ਰ ਦੇ ਭਵਨ 'ਚ ਜਾਣਾ ਹੋਏਗਾ, ਤਾਂ ਮੈਂ ਬਿਲਕੁਲ ਸਾਫ਼ ਸੁਥਰਾ ਬਣ ਕੇ ਦਿਖਾ ਦੇਵਾਂਗਾ, ਤਾਂ ਕਿਸੇ ਨੂੰ ਪਤਾ ਨਹੀਂ ਚੱਲੇਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਰਮੇਸ਼ਰ ਨਾਲ ਸਾਡਾ ਰਿਲੇਸ਼ਨ ਟਰਾਂਸਪੇਰੈਂਟ ਹੁੰਦਾ, ਬਿਲਕੁਲ। ਉਹਨੂੰ ਲੋਕ ਭਾਵੇਂ ਜਿਸ ਤਰ੍ਹਾਂ ਮਰਜ਼ੀ ਦੇਖਣ, ਪਰ ਪਰਮੇਸ਼ਰ ਉਹਨੂੰ ਦੇਖਦਾ ਹਰ ਵੇਲੇ। ਇਸੇ ਕਰਕੇ ਬਾਈਬਲ ਕਹਿੰਦੀ ਹੈ ਇਜ਼ਰਾਈਲ ਦਾ ਪਰਮੇਸ਼ਵਰ ਨਾ ਸੌਂਦਾ ਨਾ ਉਂਘਲਾਉਂਦਾ, ਹਰ ਵੇਲੇ ਉਹ ਆਪਣੀਆਂ ਅੱਖਾਂ ਨੂੰ ਸਾਡੇ ਉੱਤੇ ਰੱਖਦਾ। ਹਾਲੇਲੂਇਆ। ਸ਼ਾਉਲ ਨੂੰ ਰਾਜਾ ਬਣਾਇਆ ਗਿਆ ਪਰ ਅਨਆਗਿਆਕਾਰੀਤਾ ਕੀਤੀ। ਉਹਨੂੰ ਲੱਗਿਆ ਕਿ ਲੋਕਾਂ ਨੂੰ ਕੀ ਪਤਾ, ਮੈਂ ਜੋ ਕਰ ਰਿਹਾ ਅੰਦਰ ਖਾਤੇ ਕਰ ਰਿਹਾ, ਪਰ ਪਰਮੇਸ਼ਵਰ ਨੇ ਜੋ ਉਹਨੇ ਲੋਕਾਂ ਤੋਂ ਛੁਪਾ ਕੇ ਕੀਤਾ ਉਹਨੂੰ ਦੇਖਿਆ, ਤੇ ਪਰਮੇਸ਼ਰ ਕਹਿੰਦਾ ਮੈਂ ਇਹਨੂੰ ਰਾਜਾ ਬਣਾ ਕੇ ਪਛਤਾਇਆ। ਜਿੰਨੇ ਦਾਊਦ ਦੇ ਵੱਡੇ ਭਰਾ ਸੀ, ਪਰਮੇਸ਼ਰ ਕਹਿੰਦਾ ਮੈਂ ਇਹਨਾਂ ਨੂੰ ਰਿਜੈਕਟ ਕਰ ਦਿੱਤਾ। ਕਿੱਦਾਂ? ਉਹਨਾਂ ਦੇ ਕੰਮਾਂ ਨੂੰ ਦੇਖ ਕੇ, ਉਹਨਾਂ ਦੇ ਡਿਸੀਜ਼ਨਸ ਨੂੰ ਦੇਖ ਕੇ, ਉਹਨਾਂ ਦੀ ਲਾਈਫ ਤੇ ਲਾਈਫ ਸਟਾਈਲ ਨੂੰ ਦੇਖ ਕੇ। ਪਰ ਦਾਊਦ ਕਿਉਂ ਚੁਣਿਆ ਗਿਆ? ਕਿਉਂਕਿ ਦਾਊਦ ਪਰਮੇਸ਼ਰ ਦੇ ਭੈ 'ਚ ਚੱਲਦਾ ਸੀ। ਬਾਈਬਲ ਕਹਿੰਦੀ ਉਹਦੇ ਮੂੰਹ ਤੋਂ ਲਾਲੀ ਝਲਕਦੀ ਸੀ, ਉਹਦਾ ਨੂਰ ਵੱਖਰਾ ਦਿਖਦਾ ਸੀ। ਬਾਈਬਲ ਕਹਿੰਦੀ ਸ਼ੈਮੂਏਲ ਨੂੰ ਵੀ ਨਹੀਂ ਲੱਗਦਾ ਸੀ ਕਿ ਪਰਮੇਸ਼ਰ ਇਸ ਬੱਚੇ ਨੂੰ ਚੁਣੇਗਾ। ਯੀਸ਼ੇ ਨੇ, ਉਹਦੇ ਬਾਪ ਨੇ ਉਹਨੂੰ ਆਪਣੇ ਮੁੰਡਿਆਂ ਦੇ ਵਿੱਚ ਗਿਣਨਾ ਵੀ ਜ਼ਰੂਰੀ ਨਹੀਂ ਸਮਝਿਆ, ਉਹਨੇ ਬਾਕੀਆਂ ਨੂੰ ਦਿਖਾ ਦਿੱਤਾ। ਦਾਊਦ ਨੂੰ ਉਹਨੇ ਗਿਣਨਾ ਵੀ ਜ਼ਰੂਰੀ ਨਹੀਂ ਸਮਝਿਆ, ਪਰ ਪਰਮੇਸ਼ਰ ਨੇ ਕਿਹਾ ਉਹਨੂੰ ਬੁਲਾ। ਜਦੋਂ ਉਹ ਆਇਆ ਤੇ ਪਰਮੇਸ਼ਰ ਨੇ ਸ਼ੈਮੂਏਲ ਨੂੰ ਕਿਹਾ ਉੱਠ, ਇਹਦਾ ਅਭਿਸ਼ੇਕ ਕਰ, ਇਹਦੇ ਸਿਰ ਤੇ ਤੇਲ ਲਗਾ, ਤੇ ਪਰਮੇਸ਼ਰ ਨੇ ਰਾਜਾ ਹੋਣ ਲਈ ਉਹਦਾ ਅਭਿਸ਼ੇਕ ਕੀਤਾ। ਹਾਲੇਲੂਇਆ। ਮੈਂ ਤੁਹਾਨੂੰ ਦੱਸਾਂਗਾ ਅੱਗੇ ਕਿ ਸਿਰਫ ਇੱਥੇ ਹੀ ਗੱਲ ਖਤਮ ਨਹੀਂ ਹੋ ਗਈ, ਪਰ ਜਦੋਂ ਪਰਮੇਸ਼ਰ ਅਭਿਸ਼ੇਕ ਕਰਦਾ ਤਾਂ ਚੀਜ਼ਾਂ ਕਿੱਦਾਂ ਫਰਕ ਹੋ ਜਾਂਦੀਆਂ। ਜਦੋਂ ਪਰਮੇਸ਼ਰ ਦਾ ਆਤਮਾ ਤੁਹਾਨੂੰ ਲੀਡ ਕਰਦਾ, ਜਦੋਂ ਤੁਸੀਂ ਉਹਦੇ ਭੈ 'ਚ, ਉਹਦੇ ਡਰ 'ਚ ਚੱਲਦੇ ਹੋ, ਤਾਂ ਪਰਮੇਸ਼ਰ ਤੁਹਾਨੂੰ ਸਿਰ ਬਣਾਉਂਦਾ। ਬਾਈਬਲ ਦਾ ਇਹ ਪ੍ਰੋਮਿਸ ਹੈ ਕਿ ਮੈਂ ਤੁਹਾਨੂੰ ਸਿਰ ਬਣਾਵਾਂਗਾ, ਪੂੰਛ ਨਹੀਂ ਬਣਾਵਾਂਗਾ। ਇਹ ਗੱਲਾਂ ਵਾਲਾ ਪ੍ਰੋਮਿਸ ਨਹੀਂ, ਇਹ ਪੱਕਾ ਪ੍ਰੋਮਿਸ ਹੈ ਜੋ ਕਿ ਸਾਡੀ ਲਾਈਫ 'ਚ ਨਜ਼ਰ ਆਉਂਦਾ। ਹਾਲੇਲੂਇਆ। ਅੱਗੇ ਅਸੀਂ ਦੇਖਾਂਗੇ ਦਾਊਦ ਦੀ ਲਾਈਫ ਤੋਂ ਕਿੱਦਾਂ ਪਰਮੇਸ਼ਰ ਨੇ ਵੱਡੇ ਕੰਮ ਕੀਤੇ, ਤੇ ਕਿੱਦਾਂ ਸ਼ਾਉਲ ਤੋਂ ਉਹਦੀ ਲਾਈਫ ਫਰਕ ਸੀ, ਉਹਦੇ ਭਰਾਵਾਂ ਤੋਂ ਉਹਦੀ ਲਾਈਫ ਫਰਕ ਸੀ, ਤੇ ਉਹਦੀ ਬਲੈਸਿੰਗ ਵੀ ਫਰਕ ਸੀ।
ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਨਵੀਂ ਜ਼ਿੰਦਗੀ ਦੇ ਵੱਲ ਵਿੱਚ। ਮੈਂ ਪਾਸਟਰ ਕੁਲਭੂਸ਼ਣ ਜੌਹਰ ਇੱਕ ਵਾਰ ਫਿਰ ਤੋਂ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਸੋ ਅਸੀਂ ਗੱਲ ਕਰ ਰਹੇ ਸੀਗੇ ਕਿ ਪਰਮੇਸ਼ਵਰ ਦੇ ਭੈ ਦੇ ਵਿੱਚ ਚੱਲਣਾ ਤੇ ਪਰਮੇਸ਼ਵਰ ਦੇ ਭੈ ਤੋਂ ਅਲੱਗ ਹੋ ਜਾਣਾ। ਜਦੋਂ ਸਾਡਾ ਰਿਲੇਸ਼ਨ ਪਰਮੇਸ਼ਵਰ ਨਾਲ ਬਣਿਆ ਰਹਿੰਦਾ ਤਾਂ ਅਸੀਂ ਬਲੈਸਡ ਰਹਿੰਦੇ ਹਾਂ, ਪਰ ਜਿਵੇਂ ਹੀ ਅਸੀਂ ਰਿਲੇਸ਼ਨ ਤੋੜਦੇ ਹਾਂ ਚੀਜ਼ਾਂ ਬਦਲਣੀਆਂ ਸ਼ੁਰੂ ਹੋ ਜਾਂਦੀਆਂ। ਬਾਈਬਲ ਦੱਸਦੀ ਹੈ ਜਦੋਂ ਸ਼ਾਉਲ ਨੂੰ ਪਰਮੇਸ਼ਰ ਨੇ ਚੁਣਿਆ ਸੀ, ਉਹ ਪਰਮੇਸ਼ਰ ਦੇ ਭੈ ਚੱਲਦਾ ਸੀ, ਆਪਣੇ ਪਿਓ ਦੀ ਆਗਿਆਕਾਰੀਤਾ ਦੇ ਵਿੱਚ ਸੀ, ਪਰ ਇੱਕ ਟਾਈਮ ਆਇਆ ਉਹਨੇ ਪਰਮੇਸ਼ਰ ਦੀ ਵੀ ਸੁਣਨੀ ਬੰਦ ਕਰ ਦਿੱਤੀ ਤੇ ਪਰਮੇਸ਼ਰ ਨੇ ਸ਼ੈਮੂਅਲ ਨੂੰ ਕਿਹਾ ਮੈਂ ਇਹਨੂੰ ਰਾਜਾ ਬਣਾ ਕੇ ਪਛਤਾਇਆ। ਪਰਮੇਸ਼ਰ ਨੇ ਛੱਡ ਦਿੱਤਾ ਉਹਨੂੰ। ਪਰ ਦਾਊਦ ਜੋ ਕਿ ਇੱਕ ਬੱਚਾ ਸੀ, ਉਹ ਅਯਾਲੀ ਸੀ, ਭੇਡਾਂ ਬੱਕਰੀਆਂ ਚਰਾਉਂਦਾ ਸੀ, ਪਰ ਪਰਮੇਸ਼ਰ ਦੇ ਭੈ ਚੱਲਦਾ ਸੀ। ਪਰਮੇਸ਼ਰ ਨੇ ਉਹਨੂੰ ਚੁਣਿਆ, ਸ਼ੈਮੂਅਲ ਨੇ ਉਹਦਾ ਅਭਿਸ਼ੇਕ ਕੀਤਾ ਰਾਜਾ ਹੋਣ ਦੇ ਵਾਸਤੇ। ਬਾਈਬਲ ਦੱਸਦੀ ਅਭਿਸ਼ੇਕ ਤੋਂ ਬਾਅਦ ਉਹ ਫਿਰ ਤੋਂ ਜੰਗਲ ਦੇ ਵਿੱਚ ਚਲਾ ਗਿਆ। ਇੱਕ ਦਿਨ ਟਾਈਮ ਆਇਆ ਕਿ ਉਹ ਆਪਣੇ ਘਰੇ ਆਇਆ ਤੇ ਉਸ ਟਾਈਮ ਉਹਨੇ ਖਾਣਾ ਲੈ ਕੇ ਆਪਣੇ ਭਰਾਵਾਂ ਵਾਸਤੇ ਜੋ ਕਿ ਸ਼ਾਉਲ ਦੀ ਸੈਨਾ ਦੇ ਵਿੱਚ ਕੰਮ ਕਰਦੇ ਸੀ ਜਾਣਾ ਸੀ। ਤੇ ਉਸ ਸੇਮ ਟਾਈਮ ਤੇ ਸ਼ਾਉਲ ਤੇ ਉਹਦੇ ਜੋ ਭਰਾ ਸੀਗੇ ਉਹ ਇੱਕ ਲੜਾਈ ਦੇ ਵਿੱਚ ਇੱਕ ਫਿਲਿਸਤੀਨੀਆਂ ਨੂੰ ਫੇਸ ਕਰ ਰਹੇ ਸੀਗੇ ਤੇ ਉੱਥੇ ਗੋਲੀਅਥ ਨਾਮ ਦਾ ਇੱਕ ਵੱਡਾ ਜੈਂਟ ਉਹਨਾਂ ਨੂੰ ਬਾਰ-ਬਾਰ ਆ ਕੇ ਲਲਕਾਰਦਾ ਸੀ ਕਿ ਤੁਸੀਂ ਮੇਰੇ ਨਾਲ ਲੜੋ, ਜੇ ਤੁਸੀਂ ਮੇਰੇ ਨਾਲ ਲੜ ਕੇ ਜਿੱਤ ਜਾਓਗੇ ਤਾਂ ਸਾਰਾ ਕੁਝ ਅਸੀਂ ਤੁਹਾਨੂੰ ਦੇ ਦਿਆਂਗੇ, ਪਰ ਜੇ ਤੁਸੀਂ ਹਾਰ ਜਾਓਗੇ ਤਾਂ ਉਹ ਖਤਮ ਕਰ ਦਿੰਦੇ ਸਭ ਕੁਝ। ਬਾਈਬਲ ਦੱਸਦੀ ਹੈ ਜਿਵੇਂ ਜਿਵੇਂ ਆ ਕੇ ਗੋਲੀਅਥ ਉਹਨਾਂ ਨੂੰ ਲਲਕਾਰਦਾ ਸੀ ਤੇ ਸਾਰੀ ਸੈਨਾ ਦਾ, ਉਹਦੇ ਭਰਾਵਾਂ ਦਾ, ਈਵਨ ਸ਼ਾਉਲ ਦਾ, ਕਿਉਂਕਿ ਸ਼ਾਉਲ ਹਜੇ ਵੀ ਰਾਜਾ ਸੀ, ਉਹਨਾਂ ਦਾ ਮਨ ਕੱਚਾ ਹੁੰਦਾ ਸੀ, ਉਹ ਡਰਦੇ ਸੀ ਉਸ ਤੋਂ। ਜਿਵੇਂ ਹੀ ਦਾਊਦ ਉੱਥੇ ਆਇਆ, ਦਾਊਦ ਨੇ ਦੇਖਿਆ ਕਿ ਇਹ ਇੱਕ ਪਲਿਸ਼ਤੀ ਹੋ ਕੇ ਇੱਕ ਜਿਉਂਦੇ ਪਰਮੇਸ਼ਵਰ ਦੀ ਸੈਨਾ ਨੂੰ ਲਲਕਾਰ ਰਿਹਾ ਤਾਂ ਉਹਨੂੰ ਗੁੱਸਾ ਆਇਆ ਇਸ ਗੱਲ ਤੋਂ। ਉਹਨੇ ਕਿਹਾ ਕਿ ਇਹ ਕੌਣ ਹੈ, ਇਹ ਕਿਉਂ ਇਸ ਤਰ੍ਹਾਂ ਬੋਲ ਰਿਹਾ। ਲੋਕਾਂ ਨੇ ਦੱਸਿਆ ਕਿ ਇੱਕ ਫਿਲਿਸਤੀ ਹੈ, ਇਹਨੇ ਇਸ ਤਰ੍ਹਾਂ ਬੋਲ ਕੇ ਸਾਰਿਆਂ ਦਾ ਮਨ ਕੱਚਾ ਕੀਤਾ ਹੋਇਆ, ਸਭ ਨੂੰ ਡਰਾਇਆ ਹੋਇਆ। ਤੇ ਰਾਜੇ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਇਹਨੂੰ ਹਰਾ ਦੇਗਾ, ਜਿਹੜਾ ਇਹਨੂੰ ਮਾਰ ਦੇਗਾ, ਉਹਨੂੰ ਵੱਡਾ ਇਨਾਮ ਦਿੱਤਾ ਜਾਏਗਾ, ਇੱਥੋਂ ਤੱਕ ਕਿ ਰਾਜੇ ਦੀ ਕੁੜੀ ਦੇ ਨਾਲ ਉਹਦਾ ਵਿਆਹ ਕੀਤਾ ਜਾਏਗਾ। ਦਾਊਦ ਨੇ ਜਦੋਂ ਇਹ ਗੱਲ ਸੁਣੀ ਕਿ ਇਹ ਫਿਲਿਸਤੀਨ ਹੈ, ਇਹ ਪਲਿਸ਼ਤੀ ਹੈ, ਇਹ ਖਤਨਾ ਰਹਿਤ ਹੈ, ਪਰ ਅਸੀਂ ਜਿਉਂਦੇ ਪਰਮੇਸ਼ਵਰ ਦੇ ਲੋਕ ਹਾਂ, ਉਹਦੇ ਮਨ 'ਚ ਬਿਲਕੁਲ ਵੀ ਡਰ ਭੈ ਨਹੀਂ ਆਇਆ। ਕਿਉਂ? ਕਿਉਂਕਿ ਆਪਣੇ ਪਰਮੇਸ਼ਵਰ ਲਈ ਜਲਨ ਰੱਖਣ ਵਾਲਾ ਸੀ। ਉਹ ਪਰਮੇਸ਼ਵਰ ਦੇ ਡਰ 'ਚ ਚੱਲਦਾ ਸੀ ਤੇ ਉਹ ਪਰਮੇਸ਼ਵਰ ਦੇ ਨਾਲ ਰਿਲੇਸ਼ਨ ਦੇ ਵਿੱਚ ਸੀ। ਬਾਈਬਲ ਦੱਸਦੀ ਆ ਉਹਨੇ ਜਾ ਕੇ ਰਾਜਾ ਨੂੰ ਕਿਹਾ ਕਿ ਮੈਂ ਜਾਵਾਂਗਾ ਤੇ ਇਹਦੇ ਨਾਲ ਲੜਾਂਗਾ ਤੇ ਇਹਨੂੰ ਮਾਰ ਕੇ ਆਵਾਂਗਾ। ਸ਼ਾਉਲ ਨੇ ਉਹਨੂੰ ਕਿਹਾ ਕਿ ਤੂੰ ਮੇਰੀ ਡਰੈਸ ਪਾ ਕੇ ਜਾ, ਤੂੰ ਮੇਰੀ ਤਲਵਾਰ ਲੈ ਕੇ ਜਾ, ਤੂੰ ਮੇਰਾ ਕਵਚ ਲੈ ਕੇ ਜਾ। ਤੇ ਉਹਨੂੰ ਦੱਸਿਆ ਵੀ ਕਿ ਤੂੰ ਤਾਂ ਹਜੇ ਬਹੁਤ ਬੱਚਾ ਹੈ, ਇਹ ਬਚਪਨ ਤੋਂ ਹੀ ਲੜਾਕੂ ਹੈ, ਬਚਪਨ ਤੋਂ ਹੀ ਇਹ ਲੜਾਈਆਂ ਕਰਨ ਵਾਲਾ ਹੈ। ਪਰ ਉਹਨੇ ਫਿਰ ਉਹਨੂੰ ਕਿਹਾ ਕਿ ਕੋਈ ਮੈਟਰ ਨਹੀਂ ਕਰਦਾ ਇਸ ਚੀਜ਼ ਦਾ, ਜੇ ਅਸੀਂ ਜਿਉਂਦੇ ਪਰਮੇਸ਼ਵਰ ਦੇ ਲੋਕ ਹਾਂ ਤੇ ਕੋਈ ਦੁਸ਼ਮਣ ਸਾਡੇ ਤੇ ਅਟੈਕ ਨਹੀਂ ਕਰ ਸਕਦਾ। ਬਾਈਬਲ ਕਹਿੰਦੀ ਹੈ ਕਿ ਉਹ ਗਿਆ, ਉਹਨੇ ਜਾ ਕੇ ਜਦੋਂ ਉਹਦਾ ਸਾਹਮਣਾ ਕੀਤਾ ਤਾਂ ਉਹਨੇ ਕੋਈ ਕਵਚ ਨਹੀਂ ਪਾਇਆ, ਉਹਨੇ ਕੋਈ ਤਲਵਾਰ ਨਹੀਂ ਲਈ, ਕਿਉਂਕਿ ਉਹ ਬੱਚਾ ਸੀ, ਉਹ ਇਹਨਾਂ ਚੀਜ਼ਾਂ ਨੂੰ ਚੱਕ ਕੇ ਚੱਲ ਵੀ ਨਹੀਂ ਪਾ ਰਿਹਾ ਸੀ। ਪਰ ਉਹ ਕੀ ਚੱਕਿਆ ਹੋਇਆ ਸੀ? ਉਹਨੇ ਪਰਮੇਸ਼ਵਰ ਦੇ ਨਾਲ ਰਿਲੇਸ਼ਨ ਨੂੰ। ਬਾਈਬਲ ਕਹਿੰਦੀ ਜਦੋਂ ਗੋਲੀਅਥ ਨੇ ਦਾਊਦ ਨੂੰ ਦੇਖਿਆ, ਉਹ ਕਹਿੰਦਾ ਕਿ ਤੂੰ ਐਡਾ ਛੋਟਾ ਜਿਹਾ ਬੱਚਾ, ਤੂੰ ਮੇਰੇ ਨਾਲ ਲੜਨ ਆ ਰਿਹਾ। ਉਹਨੇ ਕਿਹਾ ਕਿ ਹੁਣੇ ਹੀ ਮੈਂ ਤੈਨੂੰ ਮਾਰ ਦਿਆਂਗਾ, ਤੇਰਾ ਮਾਂਸ ਅਸਮਾਨ ਦੇ ਕਾਵਾਂ ਨੂੰ ਮੈਂ ਖਵਾਵਾਂਗਾ। ਉਹਨੇ ਬਹੁਤ ਚੀਜ਼ਾਂ ਉਹਨੂੰ ਬੋਲੀਆਂ, ਪਰ ਦਾਊਦ ਨੇ ਉਸ ਚੀਜ਼ ਨੂੰ ਸੁਣ ਕੇ ਕੋਈ ਭੈ ਨਹੀਂ ਮੰਨਿਆ। ਉਹਨੇ ਕਿਹਾ ਤੂੰ ਚਾਹੇ ਭਾਲੇ ਦੇ ਨਾਲ, ਤਲਵਾਰ ਦੇ ਨਾਲ ਮੇਰੇ ਨਾਲ ਲੜਨ ਆਉਣਾ, ਪਰ ਮੈਂ ਸੈਨਾਵਾਂ ਦੇ ਯਹੋਵਾ ਦੇ ਨਾਮ ਦੇ ਨਾਲ ਤੇਰੇ ਨਾਲ ਲੜਨ ਆਵਾਂਗਾ ਤੇ ਮੈਂ ਤੇਰਾ ਸਿਰ ਤੇਰੇ ਧੜ ਤੋਂ ਅਲੱਗ ਕਰ ਦਿਆਂਗਾ। ਉਹ ਛੋਟਾ ਜਿਹਾ ਬੱਚਾ, ਕਿੱਦਾਂ ਉਹਦੇ 'ਚ ਇੰਨੀ ਹਿੰਮਤ ਆ ਗਈ, ਤਾਕਤ ਆ ਗਈ ਉਸ ਐਡੇ ਵੱਡੇ ਜੈਂਟ ਨੂੰ ਮਾਰਨ ਲਈ, ਉਹਦੇ ਨਾਲ ਲੜਨ ਲਈ, ਕਿਉਂਕਿ ਉਹਦਾ ਰਿਲੇਸ਼ਨ ਪਰਮੇਸ਼ਵਰ ਦੇ ਨਾਲ ਸੀ। ਹਾਲੇਲੂਇਆ। ਬਾਈਬਲ ਦੱਸਦੀ ਹੈ ਉਹਨੇ ਕੋਈ ਤਲਵਾਰ, ਕੋਈ ਪਾਲਾ ਨਹੀਂ ਲਿਆ, ਉਹਨੇ 5 ਪੱਥਰ ਚੱਕੇ, ਉਹਦੇ ਵਿੱਚੋਂ ਇੱਕ ਪੱਥਰ ਆਪਣੇ ਗੋਫਨ ਦੇ ਵਿੱਚ ਲਪੇਟ ਕੇ ਉਹਨੇ ਮਾਰਿਆ। ਗੋਲੀਅਥ ਦੇ ਮੱਥੇ ਦੇ ਵਿਚਕਾਰ ਜਾ ਕੇ ਉਹ ਪੱਥਰ ਵੱਜਿਆ ਤੇ ਉਹ ਗੋਡਿਆਂ ਭਾਰ ਆ ਕੇ ਗਿਰਿਆ ਤੇ ਮਰ ਗਿਆ। ਤੇ ਦਾਊਦ ਨੇ ਭੱਜ ਕੇ ਜਾ ਕੇ ਉਹਦੀ ਹੀ ਤਲਵਾਰ ਕੱਢੀ ਤੇ ਉਹਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਹਾਲੇਲੂਇਆ। ਕਿੱਦਾਂ ਪੋਸੀਬਲ ਸੀ ਇਹ? ਇੱਕ ਛੋਟਾ ਜਿਹਾ ਪੱਥਰ ਐਗਜ਼ੈਕਟ ਉਹਦੇ ਮੱਥੇ 'ਚ ਵੱਜਣਾ ਤੇ ਗੋਡਿਆਂ ਭਾਰ ਉਹਦਾ ਗਿਰ ਕੇ ਮਰ ਜਾਣਾ। ਇਹ ਕਿਸੇ ਬਲ, ਸ਼ਕਤੀ, ਤਾਕਤ, ਬੁੱਧੀ, ਵਿਜ਼ਡਮ ਨਾਲ ਨਹੀਂ ਹੋਇਆ। ਬਾਈਬਲ ਇਸ ਗੱਲ ਨੂੰ ਸਾਨੂੰ ਬਾਰ-ਬਾਰ ਬਿਆਨ ਕਰਦੀ ਹੈ ਕਿ ਜੇ ਪਰਮੇਸ਼ਰ ਸਾਡੇ ਵੱਲ ਆ, ਸਾਡਾ ਵਿਰੋਧੀ ਕੋਈ ਨਹੀਂ ਹੋ ਸਕਦਾ, ਪਰ ਉਸ ਚੀਜ਼ ਨੂੰ ਦਿਖਾਉਣ ਵਾਸਤੇ
ਸਾਨੂੰ ਕਰਮ ਕਰਨਾ ਪਏਗਾ, ਵਿਸ਼ਵਾਸ ਕੰਮ ਦੇ ਨਾਲ ਦਿਖਾਣਾ ਪਏਗਾ। ਹਾਲੇਲੂਇਆ। ਉਹਨੇ ਜਦੋਂ ਪੱਥਰ ਚੱਕਿਆ ਤਾਂ ਮੈਂ ਇਸ ਚੀਜ਼ ਨੂੰ ਮੈਂ ਬਿਲੀਵ ਕਰਦਾ ਕਿ ਉਹ ਪੱਥਰ ਉਹਨੂੰ ਮਾਰਨ ਦੇ ਲਈ ਪਰਮੇਸ਼ਵਰ ਨੇ ਉਸ ਪੱਥਰ ਨੂੰ ਹੁਕਮ ਦਿੱਤਾ ਕਿ ਉੱਥੇ ਜਾ ਕੇ ਵੱਜੇ ਤੇ ਉਹ ਗੋਡਿਆਂ ਭਾਰ ਹੋ ਕੇ ਗਿਰ ਕੇ ਮਰਿਆ। ਜੇ ਪੱਥਰ ਵੱਜਿਆ ਸੀ ਤਾਂ ਪਿਛਲੇ ਪਾਸੇ ਗਿਰ ਕੇ ਮਰਦਾ, ਪਰ ਉਹ ਗੋਡਿਆਂ ਭਾਰ ਹੋ ਕੇ ਮਰਿਆ। ਇਸ ਚੀਜ਼ ਨੂੰ ਅਸੀਂ ਜੇ ਦੇਖੀਏ ਤਾਂ ਅਸੀਂ ਸਮਝ ਸਕਦੇ ਹਾਂ ਕਿ ਪਰਮੇਸ਼ਵਰ ਉਹਨੂੰ ਘੁਟਨਿਆਂ ਤੇ ਲੈ ਕੇ ਆਇਆ ਤੇ ਉਹ ਦਾਊਦ ਦੇ ਸਾਹਮਣੇ ਢੇਰ ਹੋ ਗਿਆ। ਹਾਲੇਲੂਇਆ। ਚੀਜ਼ਾਂ ਫਰਕ ਹੋ ਜਾਂਦੀਆਂ ਨੇ ਜਦੋਂ ਅਸੀਂ ਪਰਮੇਸ਼ਵਰ ਦੇ ਭੈ 'ਚ ਚੱਲਦੇ ਹਾਂ, ਜੋ ਸਾਡਾ ਰਿਲੇਸ਼ਨ ਪਰਮੇਸ਼ਵਰ ਨਾਲ ਹੁੰਦਾ। ਬਾਈਬਲ ਦੱਸਦੀ ਆ ਅੱਗੇ ਜਾ ਕੇ ਜਦੋਂ ਦਾਊਦ ਨੇ ਲੜਾਈਆਂ ਲੜੀਆਂ, ਜਦੋਂ ਉਹ ਪੂਰੀ ਤਰ੍ਹਾਂ ਨਾਲ ਪੂਰੀ ਇਜ਼ਰਾਈਲ ਦਾ ਰਾਜਾ ਬਣ ਗਿਆ, ਇੱਕ ਵੀ ਲੜਾਈ ਉਹ ਹਾਰਿਆ ਨਹੀਂ। ਕਿਉਂ? ਪਰਮੇਸ਼ਵਰ ਨਾਲ ਉਹਦਾ ਰਿਲੇਸ਼ਨ ਪੱਕਾ ਸੀ। ਜਦੋਂ ਉਹਦੇ ਦੁਸ਼ਮਣ ਉਹਦੇ ਪਿੱਛੋਂ ਉਹਦੇ ਘਰ ਪਰਿਵਾਰ ਨੂੰ, ਗਹਿਣਿਆਂ ਨੂੰ, ਨੌਕਰਾਂ ਨੂੰ, ਸਭ ਕੁਝ ਨੂੰ ਖੋਹ ਕੇ ਲੈ ਗਏ, ਬਾਈਬਲ ਦੱਸਦੀ ਜਦੋਂ ਆਇਆ ਆ ਕੇ ਉਹਨੇ ਹੜਬੜਾਹਟ ਚਾ ਕੇ ਇਹ ਨਹੀਂ ਕਿਹਾ ਕਿ ਮੈਂ ਹੁਣੇ ਜਾਵਾਂਗਾ ਉਹਨਾਂ ਨੂੰ ਮਾਰ ਦਿਆਂਗਾ, ਸਭ ਕੁਝ ਵਾਪਸ ਲਿਆਵਾਂਗਾ, ਮੈਂ ਬਹੁਤ ਤਾਕਤਵਰ ਹਾਂ। ਉਹ ਇਸ ਚਾਬੀ ਨੂੰ ਜਾਣਦਾ ਸੀ, ਇਸ ਕੀ ਨੂੰ ਜਾਣਦਾ ਸੀ ਕਿ ਜਿੱਤ ਯਹੋਵਾ ਵੱਲੋਂ ਹੈ, ਜਿੱਤ ਬੰਦਿਆਂ ਨਾਲ ਨਹੀਂ, ਜਿੱਤ ਪੈਸੇ ਨਾਲ ਨਹੀਂ, ਜਿੱਤ ਸੈਨਾ ਦੇ ਨਾਲ ਨਹੀਂ ਹੈ। ਉਹ ਪ੍ਰਾਰਥਨਾ 'ਚ ਗਿਆ, ਘੁਟਨਿਆਂ ਤੇ ਆਇਆ, ਉਹਨੇ ਪਰਮੇਸ਼ਰ ਨੂੰ ਪੁੱਛਿਆ ਕੀ ਮੈਂ ਜਾਵਾਂ, ਕੀ ਮੈਂ ਆਪਣੇ ਪਰਿਵਾਰ ਨੂੰ ਛੁਡਾ ਕੇ ਲੈ ਆਵਾਂਗਾ, ਕੀ ਆਪਣੇ ਲੁੱਟ ਦੇ ਸਮਾਨ ਨੂੰ ਵਾਪਸ ਲੈ ਆਵਾਂਗਾ। ਤੇ ਪਰਮੇਸ਼ਰ ਨੇ ਉਹਨੂੰ ਕਿਹਾ ਨਿਸ਼ਚੈ ਤੂੰ ਜਾ, ਪੱਕਾ ਹੈ ਇਸ ਗੱਲ ਦੇ ਵਿੱਚ ਕਿ ਤੂੰ ਜਾ, ਤੂੰ ਜਾਏਗਾ, ਜਿੱਤੇਗਾ ਤੇ ਵਾਪਸ ਆਏਗਾ। ਇਹ ਰਾਜ਼ ਸੀ, ਇਹ ਸੀਕ੍ਰੇਟ ਸੀ ਦਾਊਦ ਦੀ ਜਿੱਤ ਦਾ। ਉਹਦਾ ਰਿਲੇਸ਼ਨ ਪਰਮੇਸ਼ਰ ਦੇ ਨਾਲ ਸੀ। ਸ਼ਾਉਲ ਜੋ ਕਿ ਲੜਾਕਾ ਸੀ, ਜੋ ਕਿ ਦਿਖਣ ਨੂੰ ਬਹੁਤ ਤਕੜਾ ਸੀ, ਪਰ ਪਰਮੇਸ਼ਰ ਦਾ ਆਤਮਾ ਜਿਵੇਂ ਉਹ ਤੋਂ ਅਲੱਗ ਹੋਇਆ, ਬਾਈਬਲ ਕਹਿੰਦੀ ਦੁਸ਼ਟ ਆਤਮਾ ਨੂੰ ਘਬਰਾਉਣ ਲੱਗਿਆ, ਦੁਸ਼ਟ ਆਤਮਾ ਉਹਦੇ ਤੇ ਹਾਵੀ ਹੋ ਜਾਂਦਾ ਸੀ। ਪਰ ਦਾਊਦ ਜੋ ਪਰਮੇਸ਼ਰ ਦੇ ਭੈ 'ਚ ਚੱਲਦਾ ਸੀ, ਕੋਈ ਜੈਂਟ ਉਹਦੇ ਸਾਹਮਣੇ ਖੜਾ ਨਹੀਂ ਰਹਿ ਸਕਿਆ। ਬਾਈਬਲ ਕਹਿੰਦੀ ਕਿ ਉਹ 5 ਪੱਥਰਾਂ ਨੂੰ ਲੈ ਕੇ ਉਹਨੂੰ ਮਾਰਨ ਲਈ ਗਿਆ। ਕਈ ਵਾਰ ਸਾਨੂੰ ਲੱਗਦਾ ਕਿ 5 ਪੱਥਰ ਲੈ ਗਿਆ, ਸ਼ਾਇਦ ਉਹਨੂੰ ਲੱਗਦਾ ਹੋਵੇਗਾ ਇੱਕ ਮਿਸ ਹੋ ਗਿਆ, ਦੂਸਰਾ ਮਾਰਾਂਗਾ, ਦੂਸਰਾ ਮਿਸ ਹੋ ਗਿਆ, ਤੀਸਰਾ ਮਾਰਾਂਗਾ। ਨੋ, ਇੱਦਾਂ ਨਹੀਂ ਹੈ। ਬਾਈਬਲ ਕਹਿੰਦੀ, ਤੁਸੀਂ ਜੇ ਬਾਈਬਲ ਨੂੰ ਪੜ੍ਹਦੇ ਹੋ ਧਿਆਨ ਨਾਲ, ਬਾਈਬਲ ਕਹਿੰਦੀ ਕਿ ਉਹਦੇ ਹੋਰ 4 ਭਰਾ ਸੀ, ਗੋਲੀਅਤ ਦੇ ਹੋਰ 4 ਭਰਾ ਸੀ, ਤੇ ਦਾਊਦ ਸਿਰਫ ਗੋਲੀਅਤ ਨੂੰ ਮਾਰਨ ਲਈ ਨਹੀਂ ਨਿਕਲਿਆ ਸੀ। ਉਹ ਦਿਮਾਗ ਨੂੰ, ਮਾਈਂਡ ਨੂੰ ਸੈੱਟ ਕਰਕੇ ਗਿਆ ਸੀ, ਅੱਜ ਸਾਰੇ ਦੇ ਸਾਰੇ ਪੰਜੋ ਦੇ ਪੰਜੋ ਮੈਂ ਮਾਰ ਦਿਆਂਗਾ। ਤੁਸੀਂ ਇਮੈਜਿਨ ਕਰੋ, ਇੱਕ ਛੋਟਾ ਜਿਹਾ ਬੱਚਾ ਏਡੇ ਵੱਡੇ ਜੈਂਟ ਨੂੰ ਮਾਰਨ ਲਈ ਕਿੱਦਾਂ ਸੋਚ ਸਕਦਾ ਸੀ? ਸਿਰਫ ਇਸ ਕਰਕੇ ਕਿ ਪਰਮੇਸ਼ਰ ਦਾ ਆਤਮਾ ਉਹਦੇ ਨਾਲ ਸੀ, ਕਿਉਂਕਿ ਪਰਮੇਸ਼ਰ ਦਾ ਰਿਲੇਸ਼ਨ ਉਹਦੇ ਨਾਲ ਸੀ। ਅੱਜ ਅਸੀਂ ਬੰਦਿਆਂ ਨੂੰ ਮਾਰਦੇ ਨਹੀਂ, ਅੱਜ ਅਸੀਂ ਲੜਾਈਆਂ ਨਹੀਂ ਕਰਦੇ, ਅੱਜ ਅਸੀਂ ਫਿਜ਼ੀਕਲ ਫਾਈਟ ਨਹੀਂ ਕਰਦੇ। ਉਸ ਟਾਈਮ ਦੇ ਵਿੱਚ ਰਾਜੇ ਮਹਾਰਾਜੇ ਲੜਾਈਆਂ ਕਰਦੇ ਸੀ, ਪਰ ਅੱਜ ਪੌਲੂਸ ਇਸ ਗੱਲ ਨੂੰ ਦੱਸਦਾ, ਪਰਮੇਸ਼ਰ ਦਾ ਦਾਸ, ਕਿ ਸਾਡੀ ਲੜਾਈ ਮਾਸ ਤੇ ਲਹੂ ਦੇ ਨਾਲ ਨਹੀਂ ਹੈ, ਲੋਕਾਂ ਦੇ ਨਾਲ ਨਹੀਂ ਹੈ, ਪਰ ਅੰਧਕਾਰ ਦੀਆਂ ਸ਼ਕਤੀਆਂ ਨਾਲ ਹੈ, ਦੁਸ਼ਟ ਆਤਮਾਵਾਂ ਦੇ ਨਾਲ, ਵੈਰੀ ਦੇ ਨਾਲ ਹੈ, ਜੋ ਸਾਨੂੰ ਪਰਮੇਸ਼ਰ ਤੋਂ ਅਲੱਗ ਕਰਦਾ। ਉਹ ਸਪਿਰਿਟ ਜੋ ਸਾਨੂੰ ਪ੍ਰਾਰਥਨਾ ਨਹੀਂ ਕਰਨ ਦਿੰਦਾ, ਜੋ ਸਾਨੂੰ ਬਿਮਾਰੀਆਂ 'ਚ ਲੈ ਕੇ ਜਾਂਦਾ, ਜੋ ਸਾਨੂੰ ਘਟੀ 'ਚ ਲੈ ਕੇ ਜਾਂਦਾ, ਡਿਸਕੰਫਰਟ 'ਚ ਲੈ ਕੇ ਜਾਂਦਾ, ਲੋਨਲੀਨੈਸ 'ਚ ਲੈ ਕੇ ਜਾਂਦਾ, ਡਿਪਰੈਸ਼ਨ 'ਚ ਲੈ ਕੇ ਜਾਂਦਾ, ਸਾਡੀ ਫਾਈਟ ਉਹਨਾਂ ਦੁਸ਼ਟ ਦੀਆਂ ਸ਼ਕਤੀਆਂ ਦੇ ਨਾਲ ਹੈ। ਇਹ ਕਿੱਦਾਂ ਪੋਸੀਬਲ ਹੈ ਕਿ ਅਸੀਂ ਪਰਮੇਸ਼ਰ ਨਾਲ ਟਾਈਮ ਨਾ ਸਪੈਂਡ ਕਰੀਏ, ਰਿਲੇਸ਼ਨ ਨਾ ਰੱਖੀਏ ਤੇ ਅਸੀਂ ਕਹੀਏ ਸਾਡੀ ਲਾਈਫ ਸਮੂਥ ਚੱਲੇਗੀ? ਇਹ ਪੋਸੀਬਲ ਨਹੀਂ। ਅਸੀਂ ਦੇਖਿਆ ਕਿੰਨੇ ਮਾੜੇ ਹਾਲਾਤ 'ਚੋਂ ਪਰਮੇਸ਼ਰ ਨੇ ਕੱਢਿਆ। ਇਸ ਪੈਂਡੇਮਿਕ ਨੇ ਚੀਜ਼ਾਂ ਨੂੰ ਚੇਂਜ ਕਰ ਦਿੱਤਾ। ਹਾਲੇਲੂਇਆ। ਲੋਕਾਂ ਨੂੰ ਦੱਸ ਦਿੱਤਾ ਕਿ ਇੱਕ ਹੀ ਹੈ ਜਿਹਨੇ ਜ਼ਮੀਨ ਅਸਮਾਨ ਨੂੰ ਬਣਾਇਆ, ਉਹ ਇੱਕ ਦਿਨ 'ਚ ਸਭ ਕੁਝ ਬੰਦ ਵੀ ਕਰ ਸਕਦਾ ਤੇ ਸਭ ਕੁਝ ਨੂੰ ਖਤਮ ਵੀ ਕਰ ਸਕਦਾ। ਤੇ ਅੱਜ ਅਸੀਂ ਆਪਣੇ ਪੈਸੇ ਦੇ ਉੱਤੇ ਡਿਪੈਂਡ ਹੋ ਕੇ ਲਾਈਫ ਨਹੀਂ ਜੀ ਸਕਦੇ, ਆਪਣੀ ਪਾਵਰ ਦੇ ਉੱਤੇ ਡਿਪੈਂਡ ਹੋ ਕੇ ਲਾਈਫ ਨੂੰ ਨਹੀਂ ਜੀ ਸਕਦੇ, ਪਰ ਸਾਨੂੰ ਆਪਣੇ ਪਰਮੇਸ਼ਵਰ ਦੇ ਨਾਲ, ਯਿਸੂ ਮਸੀਹ ਦੇ ਨਾਲ ਰਿਲੇਸ਼ਨ ਨੂੰ ਬਣਾਉਣਾ ਪਏਗਾ। ਜਦੋਂ ਅਸੀਂ ਰਿਲੇਸ਼ਨ ਨੂੰ ਬਣਾਵਾਂਗੇ, ਪਰਮੇਸ਼ਵਰ ਆਪਣੇ ਕੰਮ ਨੂੰ ਕਰੇਗਾ, ਸਾਡੇ ਅੱਗੇ ਅੱਗੇ ਹੋ ਕੇ ਚੱਲੇਗਾ। ਤੇ ਕੋਈ ਮੈਟਰ ਨਹੀਂ ਕਰਦਾ ਕਿ ਤੁਸੀਂ ਡਿਪਰੈਸ਼ਨ ਨਾਲ ਲੜ ਰਹੇ ਹੋ, ਤੁਸੀਂ ਬਿਮਾਰੀ ਨਾਲ ਲੜ ਰਹੇ ਹੋ, ਤੁਸੀਂ ਕਿਸੇ ਘਟੀ 'ਚੋਂ, ਤੁਸੀਂ ਫਾਈਨੈਂਸ਼ੀਅਲ ਸਟਰਗਲ 'ਚੋਂ। ਜੇ ਪਰਮੇਸ਼ਵਰ ਸਾਡੇ ਵੱਲ ਹੈ ਤੇ ਸਾਡਾ ਵਿਰੋਧੀ ਕੋਈ ਨਹੀਂ ਹੋ ਸਕਦਾ, ਬਾਈਬਲ ਦੱਸਦੀ ਹੈ। ਤੇ ਮੇਰਾ ਵਿਸ਼ਵਾਸ ਹੈ ਅੱਜ ਜਦੋਂ ਆਪਾਂ ਪ੍ਰਾਰਥਨਾ ਕਰਾਂਗੇ ਤਾਂ ਹਰ ਦੁਸ਼ਟ ਆਤਮਾ, ਚਾਹੇ ਉਹ ਕਰਜ਼ੇ ਦਾ ਹੋਵੇ, ਚਾਹੇ ਉਹ ਬਿਮਾਰੀ ਦਾ ਹੋਵੇ, ਚਾਹੇ ਡਿਪਰੈਸ਼ਨ ਦਾ ਹੋਵੇ, ਚਾਹੇ ਲੋਨਲੀਨੈਸ ਦਾ ਹੋਵੇ, ਉਹ ਤੁਹਾਨੂੰ ਛੱਡ ਕੇ ਜਾਏਗਾ ਤੇ ਵਿਕਟਰੀ ਤੁਹਾਡੇ ਲਾਈਫ ਦਾ ਹਿੱਸਾ ਹੋਏਗੀ। ਹਾਲੇਲੂਇਆ। ਬਾਈਬਲ ਕਹਿੰਦੀ ਨਾ ਡਰ, ਮੈਂ ਤੇਰੇ ਨਾਲ ਹਾਂ।
ਜੇ ਤੁਸੀਂ ਯੀਸ਼ੂ ਮਸੀਹ ਦੇ ਉੱਤੇ ਫੇਥ ਕਰਦੇ ਹੋ, ਉਹ ਅੱਜ ਵੀ ਗੋਲੀਅਥ ਨੂੰ ਮਾਰਨ ਦੀ ਤਾਕਤ ਰੱਖਦਾ ਹੈ। ਅੱਜ ਵੀ ਉਹ ਤੁਹਾਡੀ ਬਿਮਾਰੀ ਨੂੰ, ਤੁਹਾਡੀ ਸਟਰਗਲ ਨੂੰ ਖਤਮ ਕਰਨ ਦੀ ਤਾਕਤ ਰੱਖਦਾ ਹੈ। ਹਾਲੇਲੂਇਆ। ਯਾਦ ਰੱਖੋ, ਕ੍ਰਿਸਚੀਅਨਿਟੀ ਕੋਈ ਧਰਮ ਨਹੀਂ, ਇੱਕ ਧਾਰਮਿਕਤਾ। ਯੀਸ਼ੂ ਮਸੀਹ ਦੁਨੀਆ ਤੇ ਇਸ ਲਈ ਆਇਆ ਕਿ ਅਸੀਂ ਆਪਣੇ ਪਾਪਾਂ ਤੋਂ ਛੁੱਟ ਜਾਈਏ। ਬਾਈਬਲ ਕਹਿੰਦੀ ਉਹਦੇ ਲਹੂ ਬਹਾਉਣ ਨਾਲ ਅਸੀਂ ਪਾਪਾਂ ਤੋਂ ਛੁੱਟ ਗਏ। ਬਹੁਤ ਸਾਰੇ ਚੰਗੇ ਲੋਕਾਂ ਨੇ ਦੁੱਖ ਝੱਲੇ ਹੋਣਗੇ, ਜਾਨ ਵੀ ਦਿੱਤੀ ਹੋਏਗੀ, ਪਰ ਯੀਸ਼ੂ ਮਸੀਹ ਨੇ ਜਦੋਂ ਆਪਣੇ ਲਹੂ ਨੂੰ ਬਹਾਇਆ ਤਾਂ ਬਾਈਬਲ ਕਹਿੰਦੀ ਉਹਦੇ ਲਹੂ ਬਹਾਉਣ ਦੇ ਨਾਲ ਸਾਡੇ ਪਾਪ ਖਤਮ ਹੋ ਗਏ। ਜੇ ਅਸੀਂ ਆਪਣੇ ਪਾਪਾਂ ਤੋਂ ਛੁੱਟਣਾ ਤਾਂ ਸਾਨੂੰ ਯੀਸ਼ੂ ਮਸੀਹ ਦੇ ਕੋਲ ਆਉਣਾ ਪਏਗਾ। ਤੇ ਮੈਂ ਸੱਚ ਕਹਿਣਾ, ਜਦੋਂ ਤੁਸੀਂ ਯੀਸ਼ੂ ਮਸੀਹ ਦੇ ਕੋਲ ਆਓਗੇ, ਉਹ ਤੁਹਾਨੂੰ ਨਿਰਾਸ਼ ਨਹੀਂ ਕਰੇਗਾ। ਉਹ ਤੁਹਾਡੀ ਲਾਈਫ ਨੂੰ ਸੇਮ ਨਹੀਂ ਰਹਿਣ ਦੇਗਾ। ਉਹ ਤੁਹਾਡੀ ਲਾਈਫ ਨੂੰ, ਤੁਹਾਡੇ ਲਾਈਫ ਸਟਾਈਲ ਨੂੰ ਨਵੀਂ ਜ਼ਿੰਦਗੀ ਦੇ ਵੱਲ ਲੈ ਕੇ ਜਾਏਗਾ। ਹਾਲੇਲੂਇਆ। ਮੈਂ ਜਾਣਦਾ ਤੁਹਾਡੀ ਲਾਈਫ ਦੇ ਵਿੱਚ ਇਹ ਵਚਨ ਕੰਮ ਕਰਨਗੇ। ਬਾਈਬਲ ਕਹਿੰਦੀ ਨਾ ਬਲ ਨਾ ਸ਼ਕਤੀ, ਪਰ ਪਰਮੇਸ਼ਵਰ ਦੀ ਆਤਮਾ ਦੇ ਨਾਲ ਸਭ ਕੁਝ ਸੰਭਵ ਹੈ। ਸਾਨੂੰ ਲੱਗਦਾ ਹੈ ਕਿ ਸਾਡੀ ਬਿਮਾਰੀ ਬਹੁਤ ਵੱਡੀ ਹੈ, ਸਾਡੀ ਸਟਰਗਲ ਬਹੁਤ ਵੱਡੀ ਹੈ, ਸਾਡੇ ਰਿਲੇਸ਼ਨ ਖਤਮ ਹੋ ਚੁੱਕੇ ਨੇ, ਸਾਨੂੰ ਡਿਪਰੈਸ਼ਨ ਨੇ ਘੇਰ ਲਿਆ, ਪੈਸਾ ਸਾਡੇ ਕੋਲ ਨਹੀਂ, ਸਾਡਾ ਕੋਈ ਹੱਲ ਨਹੀਂ, ਸਾਨੂੰ ਇਹ ਲੱਗ ਸਕਦਾ। ਪਰ ਯਾਦ ਰੱਖੋ, ਬਾਈਬਲ ਕਹਿੰਦੀ ਜੋ ਚੀਜ਼ਾਂ ਨਜ਼ਰ ਆਉਂਦੀਆਂ ਨੇ ਉਹ ਸੱਚਾਈ ਨਹੀਂ ਹੁੰਦਾ ਹਰ ਵਾਰੀ। ਸੱਚਾਈ ਉਹ ਹੈ ਜੋ ਬਾਈਬਲ ਦੱਸਦੀ ਹੈ, ਜੋ ਵਚਨ ਕਹਿੰਦਾ ਹੈ। ਬਾਈਬਲ ਕਹਿੰਦੀ ਜੇ ਮੈਂ ਤੇਰੇ ਵੱਲ ਆ, ਤੇਰਾ ਵਿਰੋਧੀ ਕੋਈ ਨਹੀਂ ਹੋ ਸਕਦਾ। ਉਸ ਛੋਟੇ ਦਾਊਦ ਨੇ ਇੰਨੇ ਵੱਡੇ ਜੈਂਟ ਨੂੰ ਇੱਕੋ ਹੀ ਪੱਥਰ ਨਾਲ ਮਾਰ ਦਿੱਤਾ। ਕਿਉਂ? ਕਿਉਂਕਿ ਪਰਮੇਸ਼ਰ ਨਾਲ ਉਹਦਾ ਰਿਲੇਸ਼ਨ ਸੀ, ਪਰਮੇਸ਼ਰ ਦਾ ਆਤਮਾ ਨੂੰ ਲੀਡ ਕਰਦਾ ਸੀ। ਹਾਲੇਲੂਇਆ। ਜੇ ਤੁਸੀਂ ਅੱਜ ਆਪਣੇ ਮਨ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਨੂੰ ਸਵੀਕਾਰ ਕਰਦੇ ਹੋ, ਤੁਸੀਂ ਇਸ ਚੀਜ਼ ਨੂੰ ਡਿਕਲੇਅਰ ਕਰਦੇ ਹੋ, ਕਿਉਂਕਿ ਬਾਈਬਲ ਕਹਿੰਦੀ ਧਾਰਮਿਕਤਾ ਦੇ ਲਈ ਮਨ ਤੋਂ, ਪਰ ਉਧਾਰ ਲਈ ਮੂੰਹ ਤੋਂ ਅੰਗੀਕਾਰ ਕਰਦੇ ਹੋ, ਤਾਂ ਮੇਰਾ ਵਿਸ਼ਵਾਸ ਹੈ ਅੱਜ ਪ੍ਰਾਰਥਨਾ ਤੋਂ ਬਾਅਦ ਤੁਹਾਡੀ ਲਾਈਫ ਸੇਮ ਨਹੀਂ ਰਹੇਗੀ। ਹਾਲੇਲੂਇਆ। ਆਓ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ, ਅਸੀਂ ਪ੍ਰਾਰਥਨਾ 'ਚ ਜਾਈਏ। ਸਰਵ ਸ਼ਕਤੀਮਾਨ ਪਰਮੇਸ਼ਵਰ ਯੀਸ਼ੂ ਮਸੀਹ ਨਾਸਰੀ, ਮੈਂ ਤੁਹਾਡਾ ਧੰਨਵਾਦ ਕਰਦਾ। ਤੁਸੀਂ ਜਿਉਂਦੇ ਪਰਮੇਸ਼ਵਰ ਨੂੰ, ਦਇਆ ਕਰਨ ਵਾਲੇ ਪਰਮੇਸ਼ਵਰ ਨੂੰ ਦਇਆ ਕਰਨੀ ਪਸੰਦ ਕਰਦੇ ਹੋ। ਬਾਈਬਲ ਕਹਿੰਦੀ ਹੈ ਮਹਾਨ ਪਰਮੇਸ਼ਵਰ ਤੁਸੀਂ ਸਾਨੂੰ ਛੱਡਦੇ ਨਹੀਂ, ਤਿਆਗਦੇ ਨਹੀਂ। ਬਾਈਬਲ ਕਹਿੰਦੀ ਜੇ ਤੂੰ ਆਪਣੇ ਗੁਨਾਹਾਂ ਨੂੰ ਮੰਨ ਲਏਗਾ ਤੇ ਛੱਡ ਵੀ ਦੇਵੇਗਾ ਤਾਂ ਮੈਂ ਤੇਰੇ ਗੁਨਾਹਾਂ ਨੂੰ ਮਾਫ ਕਰਾਂਗਾ। ਅੱਜ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦਾ ਆਪਣੇ ਹਰ ਇੱਕ ਭਾਈ ਭੈਣ ਲਈ, ਬੱਚਿਆਂ ਬਜ਼ੁਰਗਾਂ ਲਈ, ਜਿੰਨੇ ਲੋਕ ਮੈਨੂੰ ਦੇਖ ਰਹੇ ਖੁਦਾਵੰਦ, ਮੈਂ ਪ੍ਰਾਰਥਨਾ ਕਰਦਾ ਯੀਸ਼ੂ ਮਸੀਹ ਦੇ ਨਾਮ 'ਚ ਇਹਨਾਂ ਦੀਆਂ ਬਿਮਾਰੀਆਂ ਗਿਰਨ, ਇਹਨਾਂ ਦੀਆਂ ਸਟਰਗਲਸ ਖਤਮ ਹੋਣ, ਡਿਪਰੈਸ਼ਨ ਖਤਮ ਹੋਵੇ, ਫਾਈਨੈਂਸ਼ੀਅਲ ਸਟਰਗਲ ਖਤਮ ਹੋਣ। ਮਹਾਨ ਪਰਮੇਸ਼ਵਰ ਇਕੱਲੇਪਨ ਦਾ ਆਤਮਾ ਇਹਨਾਂ ਨੂੰ ਛੱਡ ਕੇ ਜਾਏ, ਹਰ ਦੁਸ਼ਟ ਆਤਮਾ ਇਹਨਾਂ ਦੀ ਲਾਈਫ ਨੂੰ ਡਿਸਕਨੈਕਟ ਹੋਵੇ, ਇਹਨਾਂ ਦੀਆਂ ਜ਼ਿੰਦਗੀਆਂ ਨਵੀਂ ਜ਼ਿੰਦਗੀ ਦੇ ਵੱਲ ਜਾਣ, ਹਰ ਸਟਰਗਲ ਖਤਮ ਹੋਵੇ, ਡਰ ਦਾ ਆਤਮਾ ਛੱਡੇ ਤੇ ਜਾਏ। ਲਾਈਫ ਦੇ ਹਰ ਕਾਰਨਰ ਤੋਂ ਖੁਦਾਵੰਦ ਬਲੈਸਿੰਗ ਇਹਨਾਂ ਦੀ ਲਾਈਫ ਦਾ ਹਿੱਸਾ ਹੋਵੇ, ਹਰ ਬੈਡ ਨਿਊਜ਼ ਕੈਂਸਲ ਹੋਵੇ, ਹਰ ਬੈਡ ਨਿਊਜ਼ ਕੈਂਸਲ ਹੋਵੇ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ, ਤੇ ਤੇਰੇ ਲੋਕ ਬਲੈਸਡ ਹੋਣ। ਯੀਸ਼ੂ ਮਸੀਹ ਦੇ ਸਾਮਰਥੀ ਨਾਮ 'ਚ ਅਸੀਂ ਮੰਗਦੇ ਹਾਂ, ਆਮੀਨ, ਆਮੀਨ, ਹਾਲੇਲੂਇਆ। ਸੋ ਮੈਂ ਵਿਸ਼ਵਾਸ ਕਰਦਾ ਇਹ ਵਚਨ ਤੁਹਾਡੀ ਜ਼ਿੰਦਗੀ 'ਚ ਕੰਮ ਕਰਨਗੇ। ਤੁਸੀਂ ਆਪਣਾ ਰਿਲੇਸ਼ਨ ਯੀਸ਼ੂ ਮਸੀਹ ਨਾਲ ਬਣਾ ਕੇ ਰੱਖੋਗੇ ਤਾਂ ਕਿ ਉਸ ਗੋਲੀਅਥ ਨੂੰ ਤੁਸੀਂ ਉਹਦੇ ਸਿਰ ਨੂੰ ਕੱਟ ਕੇ ਉਹਦੇ ਤੇ ਵਿਕਟੋਰੀਅਸ ਹੋਵੋਗੇ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੇ ਤੁਸੀਂ ਸਾਡੇ ਨਾਲ ਇਨ ਪਰਸਨ ਜੁੜਨਾ ਚਾਹੁੰਦੇ ਹੋ, ਹਰ ਐਤਵਾਰ ਅਸੀਂ ਦੁਪਹਿਰੇ 1 ਵਜੇ ਅਸੀਂ ਇਕੱਠੇ ਹੁੰਦੇ ਹਾਂ, ਪਰਮੇਸ਼ਰ ਦੀ ਬੰਦਗੀ ਕਰਦੇ ਹਾਂ। ਐਡਰੈਸ ਤੁਸੀਂ ਜਾਣਦੇ ਹੋ, 660 ਈਸਟ 51st ਐਵਨਿਊ ਵੈਂਕੂਵਰ BC ਦੇ ਵਿੱਚ। ਸਕਰੀਨ ਦੇ ਥੱਲੇ ਦਿੱਤੇ ਗਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, 7788922250। ਤੁਹਾਡਾ ਕੋਈ ਡਾਊਟ ਹੈ, ਤੁਹਾਡੀ ਕੋਈ ਪ੍ਰਾਰਥਨਾ ਦਾ ਵਿਸ਼ਾ ਹੈ, ਤੁਸੀਂ ਕੁਝ ਪੁੱਛਣਾ ਹੈ, ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ। ਅਸੀਂ ਮਿਲ ਕੇ ਦੁਆ ਕਰਾਂਗੇ ਤੇ ਪਰਮੇਸ਼ਰ ਤੁਹਾਡੀ ਲਾਈਫ ਨੂੰ ਸੇਮ ਨਹੀਂ ਰਹਿਣ ਦੇਗਾ। ਹਾਲੇਲੂਇਆ। ਤੁਸੀਂ ਫੇਸਬੁੱਕ ਦੇ ਥਰੂ, ਟਵਿੱਟਰ ਦੇ ਥਰੂ, WhatsApp ਦੇ ਥਰੂ, YouTube ਦੇ ਥਰੂ ਸਾਡੇ ਨਾਲ ਜੁੜ ਸਕਦੇ ਹੋ। ਏਸ਼ੀਅਨ ਚਰਚ ਆਫ ਕ੍ਰਾਈਸਟ ਵੈਂਕੂਵਰ BC। ਇਸ ਤੋਂ ਇਲਾਵਾ ਜੇ ਤੁਸੀਂ TV ਦੇ ਮਾਧਿਅਮ ਦੇ ਨਾਲ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਹਰ ਸ਼ਨੀਚਰਵਾਰ ਦੁਪਹਿਰੇ 11 ਵਜੇ ਜੋਏ TV ਟੈਲਸ ਜੇ ਤੁਸੀਂ ਯੂਜ਼ ਕਰਦੇ ਹੋ 123 ਨੰਬਰ, ਸ਼ਾਹ ਯੂਜ਼ ਕਰਦੇ ਹੋ 10 ਨੰਬਰ ਚੈਨਲ, ਤੁਸੀਂ ਉਹਦੇ ਥਰੂ ਵੀ ਸਾਨੂੰ ਵਾਚ ਕਰ ਸਕਦੇ ਹੋ, ਇਸ ਪ੍ਰੋਗਰਾਮ ਨੂੰ ਦੇਖ ਸਕਦੇ ਹੋ। ਇਸ ਤੋਂ ਇਲਾਵਾ ਜੇ ਬੈਲ ਜਾਂ ਰੋਜ਼ਰ ਨਾਲ ਤੁਸੀਂ ਅਟੈਚ ਹੋ, ਉਹਦੇ ਥਰੂ ਵੀ ਤੁਸੀਂ ਦੇਖ ਸਕਦੇ ਹੋ। ਹਾਲੇਲੂਇਆ। ਸੋ ਮੇਰਾ ਵਿਸ਼ਵਾਸ ਹੈ
ਪਰਮੇਸ਼ਰ ਤੁਹਾਡੀ ਲਾਈਫ ਨੂੰ ਸੇਮ ਨਹੀਂ ਰਹਿਣ ਦੇਗਾ। ਅਸੀਂ ਫਿਰ ਮਿਲਾਂਗੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਨੈਕਸਟ ਵੀਕ। ਤਦ ਤੱਕ ਦੇ ਲਈ ਤੁਹਾਨੂੰ ਸਾਰਿਆਂ ਨੂੰ ਪ੍ਰੇਜ਼ ਦਾ ਲਾਰਡ, ਜੈ ਮਸੀਹ ਦੀ। ਗੋਡ ਬਲੈਸ ਯੂ ਆਲ। ਪਰਮੇਸ਼ਰ ਤੁਹਾਡੇ ਨਾਲ ਹੋ। ਦੁਨੀਆ 'ਚ ਤੈਨੂੰ ਜੇ ਚੈਨ